ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤੁਮਰੇ ਬਚਨਨ ਤੇ ਕਲਿਆਣ, ਕਰਹੁ ਸੁਨਾਵਨ ਕਿਰਪਾ ਨਿਧਾਨ। ਤੁਮਰੇ ਬਚਨਨ ਤੇ ਕਲਿਆਣ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜ਼ਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ
ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਹੋ ਕੇ ਆਪ ਜੀ ਸਿੱਖ ਸੰਗਤਾਂ ਆਪੋ ਆਪਣੀ ਸੁਰਤ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜੋ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਦੀ ਸੁਧਾ ਸਰ ਦੀ ਧਰਤੀ ਤੇ ਸੁਭਾਏਮਾਨ ਹਨ। ਉੱਥੇ ਹੀ ਮਹਾਰਾਜ ਜੀ ਸੰਤੋਖ ਸਰ ਸਾਹਿਬ ਜੀ ਦਾ ਜਿਹੜਾ ਸਰੋਵਰ ਹੈ ਉਹਦੀ ਸੇਵਾ ਕਰਵਾ ਰਹੇ ਹੈ। ਕੱਲ ਆਪ ਜੀ ਨੇ ਸਰਵਣ ਕੀਤਾ। ਖੁਦਾਈ ਕਰਦਿਆਂ ਜਦੋਂ ਬਹੁਤ ਡੂੰਘੇ ਚਲੇ ਗਏ ਤਾਂ ਸਾਧ ਸੰਗਤ ਜੀ ਥੱਲੋਂ ਇੱਕ ਮੱਠ ਨਿਕਲਿਆ ਜੀ। ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਮੱਠ ਨਿਕਲਿਆ। ਮਹਾਰਾਜ ਫਿਰ ਆਪ ਸਰੋਵਰ ਦੇ ਵਿੱਚ ਹੇਠਾਂ ਉਤਰੇ ਜੀ। ਸੱਚੇ ਪਾਤਸ਼ਾਹ ਬੜੇ ਧਿਆਨ ਨਾਲ ਅੰਤਰਜਾਮੀ, ਮਹਾਰਾਜ ਨੂੰ ਪਤਾ ਹੈ ਵੀ ਕੀ ਖੇਡ ਹੈ। ਮਹਾਰਾਜ ਨੇ ਉਸ ਮੱਠ ਦੇ ਲਾਗੋਂ ਮਿੱਟੀ ਜਿਹੜੀ ਹੈ ਉਹ ਪਰਾਂ ਕਰਵਾਈ ਹੈ। ਇੱਕ ਸਿਲਾ ਦੇ ਨਾਲ ਮੱਠ ਦਾ ਦਰਵਾਜ਼ਾ ਬੰਦ ਸੀਗਾ। ਉਹ ਜਦੋਂ ਸਿਲਾ ਪਰਾਂ ਕੀਤੀ ਤੇ ਮੱਠ ਦੇ ਅੰਦਰ ਸਮਾਧੀ ਲਾ ਕੇ ਇੱਕ ਜੋਗੀ ਬੈਠਾ ਸੀਗਾ ਜੀ। ਕੱਲ ਵੀ ਬੇਨਤੀ ਕੀਤੀ ਹੈ, ਬਹੁਤ ਜ਼ਿਆਦਾ ਪੁਟਾਈ ਕੀਤੀ, ਖੁਦਾਈ ਕੀਤੀ, ਘੱਟੋ ਘੱਟ ਨਹੀਂ 20 ਫੁੱਟ ਹੇਠਾਂ ਗਏ ਹੋਣਗੇ ਤੇ ਫਿਰ ਜਾ ਕੇ ਉਹ ਮੱਠ ਪਿਆ ਜੀ। ਤੇ ਮੱਠ ਦਾ ਵੀ ਦਰਵਾਜ਼ਾ ਬੰਦ ਹੈ ਤੇ ਅੰਦਰ ਜੋਗੀ ਬੈਠਾ ਹੈ ਜੀ। ਤੇ ਕਦੋਂ ਦਾ ਬੈਠਾ ਹੈ ਜੀ, ਕੋਈ ਹਿਸਾਬ ਨਹੀਂ ਜੀ ਉਹਦਾ ਜੀ। ਜਦੋਂ ਉਹ ਜੋਗੀ ਮਹਾਰਾਜ ਨੇ ਵੇਖਿਆ, ਗੁਰੂ ਸਾਹਿਬ ਨੇ ਕਸਤੂਰੀ ਮੱਖਣ ਸਭ ਕੁਝ ਮਿਕਸ ਕਰਵਾਇਆ, ਉਹਦੇ ਹੱਥਾਂ ਪੈਰਾਂ ਤੇ ਲਵਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਦੇ ਵਿੱਚ ਚਸਵਾਇਆ। ਉਹਦੀ ਹੋਸ਼ ਆਈ ਜੀ, ਅੱਖਾਂ ਖੋਲੀਆਂ। ਉਹਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਜੀ। ਦਰਸ਼ਨ ਕਰਕੇ ਹਿਰਦਾ ਸ਼ਾਂਤ ਹੋਇਆ। ਉਹਨੇ ਬਹੁਤ ਸਮੇਂ ਬਾਅਦ ਉਹਦੀ ਜ਼ੁਬਾਨ ਚੱਲੀ ਜੀ। ਜਦੋਂ ਉਹਦੀ ਜੀਭ ਚੱਲੀ, ਉਹਨੇ ਪੁੱਛਿਆ ਵੀ ਇਹ ਕੌਣ ਹਨ, ਇਹਨਾਂ ਨੇ ਵੱਡੀ ਵਡਿਆਈ ਕਿੱਥੋਂ ਪ੍ਰਾਪਤ ਕੀਤੀ ਹੈ, ਇਹ ਕਿਹੜਾ ਸਮਾਂ ਚੱਲ ਰਿਹਾ ਹੈ। ਧੰਨ ਬਾਬਾ ਬੁੱਢਾ ਜੀ ਨੇ ਬੜੀ ਮਹਿਮਾ ਦੇ ਨਾਲ, ਕੱਲ ਤੁਸੀਂ ਸੁਣਿਆ, ਗੁਰੂ ਅਰਜਨ ਦੇਵ ਜੀ ਦਾ ਨਾਮ ਦੱਸਿਆ ਜੀ। ਕਲਯੁਗ ਦਾ ਸਮਾਂ ਹੈ। ਜੋਗੀ ਸੁਣ ਕੇ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਸੁਣੋ, ਮੈਂ ਜੋਗ ਦੀ ਕਮਾਈ ਕੀਤੀ ਹੈ। ਮੇਰਾ ਜਿਹੜਾ ਗੁਰੂ ਸੀ ਨਾ, ਆਉਣ ਵਾਲਾ ਸਮਾਂ ਪਿਛਲਾ ਸਮਾਂ ਸਾਰਾ ਜਾਣਦਾ ਸੀਗਾ। ਮੈਂ ਆਪਣੇ ਗੁਰੂ ਦੀ ਸੇਵਾ ਬੜੀ ਕੀਤੀ। ਮੇਰੇ ਗੁਰੂ ਨੇ ਮੇਰੇ ਤੇ ਖੁਸ਼ ਹੋ ਕੇ ਆਖਿਆ, ਤੂੰ ਮੇਰੀ ਸੇਵਾ ਬਹੁਤ ਕੀਤੀ ਹੈ, ਮੇਰਾ ਚਿੱਤ ਕਰਦਾ ਤੂੰ ਮੁਕਤ ਹੋ ਜਾਏ, ਪਰ ਤੂੰ ਇਸ ਤਰ੍ਹਾਂ ਨਹੀਂ ਮੁਕਤ ਹੋਣਾ। ਕਲਯੁਗ ਦਾ ਸਮਾਂ ਆਏਗਾ, ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਬੈਠਣਗੇ, ਪੰਜਵਾਂ ਸਰੂਪ ਹੋਏਗਾ, ਉਹ ਤੈਨੂੰ ਮੁਕਤ ਕਰਨਗੇ। ਇਹਨੇ ਪੁੱਛਿਆ ਵੀ ਮੈਂ ਉਹਨਾਂ ਚਿਰ ਤੱਕ ਕਿਵੇਂ ਰਹਾਂਗਾ। ਕਹਿਣ ਲੱਗੇ ਤੂੰ ਮੱਠ ਬਣਾ, ਉਹਦੇ ਵਿੱਚ ਬੈਠ ਜਾ, ਸਮੇਂ ਦੇ ਨਾਲ ਮੱਠ ਨੱਪਿਆ ਜਾਏਗਾ, ਤੇਰੇ ਸਿਰ ਉੱਤੇ ਬੜੀ ਮਿੱਟੀ ਉੱਗ ਆਉਣੀ ਹੈ, ਉਹਦੇ ਉੱਤੇ ਦੁਨੀਆ ਤੁਰੀ ਫਿਰਨੀ ਹੈ। ਤੇ ਫਿਰ ਜਾ ਕੇ ਉਹ ਤੀਰਥ ਬਣਾਉਂਦੇ ਹੋਏ ਇਸ ਪਾਸੇ ਆਉਣਗੇ, ਖੁਦਵਾਈ ਕਰਾਉਣਗੇ, ਤੈਨੂੰ ਕਢਾਉਣਗੇ। ਉਹ ਸਾਰਾ ਸਮਾਂ ਬਣ ਆਇਆ ਜੀ। ਉਹ ਫਿਰ ਉਹਨੇ ਆਖਿਆ, ਮਹਾਰਾਜ ਹੁਣ ਤੁਸੀਂ ਮੈਨੂੰ ਮੁਕਤ ਕਰਨਾ। ਕੁਝ ਉਹਦੇ ਸਵਾਲ ਸਨ ਜੀ, ਉਹ ਸਵਾਲ ਮਹਾਰਾਜ ਜੀ ਨੂੰ ਕਰ ਰਿਹਾ। ਸਵਾਲ ਇੱਕ ਆਪਾਂ ਕੱਲ ਵੀ ਸੁਣਿਆ ਸੀਗਾ, ਫਿਰ ਮੁੜ ਤੋਂ ਥੋੜ੍ਹੇ ਜਿਹੇ ਸੁਣ ਲਓ। ਜਿੰਨਾ ਬੰਦਾ ਡੂੰਘਾ ਜਾਏਗਾ ਨਾ, ਓਨੇ ਡੂੰਘੇ ਉਹ ਸਵਾਲ ਕਰੇਗਾ ਜੀ। ਜਿਹੜਾ ਬੰਦਾ ਡੂੰਘਾ ਸਵਾਲ ਕਰ ਰਿਹਾ ਨਾ ਜੀ, ਇਹਦਾ ਮਤਲਬ ਉਹਦੀ ਅਵਸਥਾ ਡੂੰਘੀ ਹੈਗੀ ਜੀ।
ਹੁਣ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ ਤੁਮਰੇ ਬਚਨਨ ਤੇ ਕਲਿਆਣ। ਉਹ ਜੋਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਜੀ ਦੇ ਬਚਨਾਂ ਦੇ ਨਾਲ ਮੇਰਾ ਕਲਿਆਣ ਹੋਣਾ ਹੈ, ਮੇਰਾ ਭਲਾ ਹੋਣਾ ਹੈ। ਹਾਂਜੀ। ਕਰਹੁ ਸੁਨਾਵਨ ਕਿਰਪਾ ਨਿਧਾਨ। ਇਸ ਕਰਕੇ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮੈਨੂੰ ਆਪਣੇ ਬਚਨ ਸੁਣਾਵੋ। ਹਾਂਜੀ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਗੁਰ ਰਸਨਾ ਅੰਮ੍ਰਿਤ ਬੋਲਦੀ। ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਆਪਣੇ ਬਚਨ ਸੁਣਾਵੋ। ਜੇਕਰ ਜਗਤ ਝੂਠ ਇਹ ਹੋਏ। ਉਹਨੇ ਸਵਾਲ ਕੀਤਾ ਜੀ, ਹੇ ਸੱਚੇ ਪਾਤਸ਼ਾਹ ਅਸੀਂ ਸੁਣਦੇ ਹਾਂ ਇਹ ਜਗਤ ਝੂਠਾ ਹੈਗਾ, ਜਗਤ ਸੱਚਾ ਨਹੀਂ ਹੈਗਾ। ਜੇ ਇਹ ਜਗਤ ਝੂਠਾ ਹੈ, ਹਾਂਜੀ, ਪਾਸਤ ਕਿਉਂ ਆਛੇ ਸਭ ਕੋਏ। ਫਿਰ ਇਹ ਇੰਨਾ ਚੰਗਾ ਕਿਉਂ ਲੱਗਦਾ, ਸੱਚ ਕਿਉਂ ਭਾਸਦਾ? ਸੱਚਾ ਹੀ ਲੱਗਦਾ ਨਾ ਸਾਰਿਆਂ ਨੂੰ। ਕਿਹੜਾ ਹੈਗਾ ਜੀ ਜਿਹੜਾ ਸੋਚ ਲੇ ਵੀ ਜਗਤ ਨੇ ਇੰਨੇ ਚਿਰ ਨੂੰ ਮਿਟ ਜਾਣਾ ਜੀ। ਜਗਤ ਝੂਠਾ ਹੈ ਪਰ ਸੱਚ ਭਾਸਦਾ ਹੈ। ਹਾਂਜੀ। ਜੇਕਰ ਸਾਚ ਕਹੋ ਜਗ ਹੈ। ਜੇ ਮਹਾਰਾਜ ਇਸ ਜਗਤ ਨੂੰ ਸੱਚਾ ਕਹੀਏ, ਝੂਠਾ ਨਾ ਕਹੀਏ, ਹਾਂਜੀ, ਗਿਆਨਵਾਨ ਕਿਉਂ ਝੂਠੋ ਲਹੈ। ਪਰ ਗਿਆਨਵਾਨ ਪੁਰਸ਼ ਕਹਿੰਦੇ ਨਹੀਂ ਜਗਤ ਝੂਠਾ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਜੇ ਜਗ ਝੂਠਾ ਹੈ ਤੇ ਸੱਚ ਕਿਉਂ ਜਾਪਦਾ ਹੈ, ਇੰਨਾ ਚੰਗਾ ਕਿਉਂ ਲੱਗਦਾ ਜੀ। ਹਾਂਜੀ। ਆਤਮ ਕੋ ਸਰੂਪ ਜਿਮ ਲਹੀਐ। ਇਕ ਹੀ ਬਹੁਤ ਭਾਂਤ ਕਿਮ ਕਹੀਏ। ਆਤਮਾ ਦਾ ਸਰੂਪ ਮਹਾਰਾਜ ਕਿਵੇਂ ਮੈਨੂੰ ਪ੍ਰਾਪਤ ਹੋਵੇ। ਸੰਗਤ ਜੀ ਇਹ ਬੜੀ ਡੂੰਘੀ ਖੇਡ ਹੈਗੀ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਜੋਗੀ ਜੀ ਨੇ ਬੜੇ ਡੂੰਘੇ ਸਵਾਲ ਕੀਤੇ ਸਤਿਗੁਰੂ ਜੀ ਨੂੰ ਜੀ। ਆਤਮ ਕੋ ਸਰੂਪ ਜਿਮ ਲਹੀਐ, ਇੱਕ ਹੀ ਬਹੁਤ ਭਾਂਤ ਕਿਮ ਕਹੀਏ। ਆਤਮਾ ਦਾ ਸਰੂਪ ਮੈਂ ਕਿਵੇਂ ਜਾਣਾ? ਮੈਂ ਆਤਮਕ ਰੂਪ ਹਾਂ। ਫਿਰ ਆਤਮਕ ਰੂਪ ਜੇ ਇੱਕ ਹੈ ਤੇ ਸਾਰਿਆਂ 'ਚ ਵੱਖ-ਵੱਖ ਕਿਉਂ ਹੋ ਕੇ ਤੁਰੀ ਫਿਰਦੀ ਤੇ ਸਾਰੇ ਵੱਖ-ਵੱਖ ਕਿਉਂ ਕੰਮ ਕਰਦੇ ਆ ਜੀ। ਹੁਣ ਕਹਿੰਦੇ ਆਤਮਾ ਸਭ 'ਚ ਇੱਕ ਆ ਜੀ। ਤੁਹਾਡੀ ਸੋਚ ਵੱਖਰੀ, ਮੇਰੀ ਵੱਖਰੀ ਜੀ, ਹਰ ਬੰਦੇ ਦੀ ਵੱਖੋ ਵੱਖਰੀ ਹੈ। ਕਿਉਂ ਹੈ? ਚਲਹਿ ਜੀਵ ਜੰਗਮ ਇਹੋ ਸਾਰੇ। ਕਿਮ ਕੁਟਸਤ ਰਹਿ ਨਿਰਧਾਰੇ। ਸੱਚੇ ਪਾਤਸ਼ਾਹ ਜੇ ਸਾਰੇ ਜੀਵ ਜੰਗਮ ਜਿਹੜੇ ਚੱਲਦੇ ਐ, ਤੁਰੇ ਫਿਰਦੇ ਐ, ਤੇ ਆਤਮਕ ਇੱਕ ਰੂਪ ਵਿੱਚ ਕਿਵੇਂ ਸਾਰਿਆਂ ਵਿੱਚ ਬਰਾਬਰ ਤੁਰੀ ਫਿਰਦੀ ਹੈ? ਉਹਦੇ ਸਵਾਲ ਡੂੰਘੇ ਨੇ, ਉਤੋਂ ਨਹੀਂ ਬੋਲ ਰਿਹਾ ਜੀ। ਜੋਗੀ ਨੇ ਮਿਹਨਤ ਕੀਤੀ ਹੈ। ਹਾਂਜੀ। ਜਗਤ ਰੂਪ ਇਹੋ ਆਪੇ ਬਨ ਕੈ। ਹਾਂਜੀ। ਕਿਮ ਨਿਰਲੇਪ ਰਹਿਤ ਸਭ ਜਨ ਕੈ। ਇਹ ਆਪੇ ਹੀ ਜਗਤ ਰੂਪ ਬਣ ਕੇ, ਆਤਮਕ ਰੂਪ ਜਿਹੜਾ ਪਰਮੇਸ਼ਰ ਦਾ, ਆਪ ਹੀ ਜਗਤ ਬਣਾ ਕੇ ਫਿਰ ਨਿਰਲੇਪ ਕਿਵੇਂ ਰਹਿ ਰਿਹਾ ਜੀ, ਵੱਖ ਕਿਵੇਂ ਰਹਿ ਰਿਹਾ ਜੀ। ਵੇਖੋ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਪਰ ਧਿਆਨ ਨਹੀਂ ਦਿੰਦੇ ਜੀ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਹਾਂਜੀ। ਪਰਮੇਸ਼ਰ ਖੇਡਾਂ ਵੀ ਖੇਡਦਾ, ਹਾਂਜੀ, ਪਰ ਆਪ ਅਖੇਲ ਹੈਗਾ ਜੀ। ਫਿਰ ਆਪ ਹੀ ਹੈ, ਅਖੀਰ ਵਿੱਚ ਫਿਰ ਉਹ ਆਪ ਹੀ ਹੈ। ਇਸ ਤਰ੍ਹਾਂ ਦੇ ਡੂੰਘੇ ਡੂੰਘੇ ਸਵਾਲ ਉਹਨੇ ਕੀਤੇ ਹੈ ਜੀ। ਹਾਂਜੀ। ਬ੍ਰਹਮ ਆਤਮਾ ਨਾਮ ਜਿਸੀ ਕੋ। ਹੇ ਸੱਚੇ ਪਾਤਸ਼ਾਹ ਜਿਹਦਾ ਨਾਮ ਬ੍ਰਹਮ ਆਤਮਾ ਹੈ, ਆਤਮਕ ਰੂਪ ਜਿਹਨੂੰ ਆਪਾਂ ਬ੍ਰਹਮ ਆਤਮਾ ਕਹਿ ਲੈਂਦੇ ਹਾਂ। ਹਾਂਜੀ। ਕਿਮ ਸਰੂਪ ਮੈਂ ਲਖੋਂ ਤਿਸੀ ਕੋ। ਮੈਂ ਉਹਨੂੰ ਆਪਣੇ ਸਰੂਪ ਵਿੱਚ ਕਿਵੇਂ ਸਮਝਾਂ ਕਿ ਮੈਂ ਬ੍ਰਹਮ ਆਤਮਾ ਹਾਂ, ਮੈਂ ਰੱਬ ਦਾ ਰੂਪ ਹਾਂ, ਪਰਮੇਸ਼ਰ ਦਾ ਰੂਪ ਹਾਂ। ਮੈਂ ਕਿਵੇਂ ਸਮਝਾਂ?
ਹੁਣ ਬਾਣੀ ਦੀ ਪੰਕਤੀ ਹੈ, ਕਹੋ ਕਬੀਰ ਤੂੰ ਰਾਮ ਕੀ ਅੰਸ਼। ਪਰ ਅਸੀਂ ਆਪਣੇ ਆਪ ਨੂੰ ਅੰਸ਼ ਕਿਵੇਂ ਮੰਨੀਏ? ਕੋਈ ਸਿਸਟਮ ਹੋਵੇ, ਕੋਈ ਪਤਾ ਹੋਵੇ ਵੀ ਇਸ ਤਰ੍ਹਾਂ ਆਪਣੇ ਆਪ ਨੂੰ ਅੰਸ਼ ਮੰਨਣਾ। ਅਜੇ ਤੇ ਇੰਨਾ ਪਤਾ ਹੈ ਵੀ ਸਰੀਰ ਹੈਗਾ ਹੈ, ਮੇਰਾ ਨਾਮ ਜਸਵਿੰਦਰ ਸਿੰਘ ਹੈ, ਮੇਰਾ ਨਾਮ ਵਿਸ਼ਾਲ ਸਿੰਘ ਹੈ, ਮੇਰਾ ਨਾਮ ਆ ਹੈ। ਅਜੇ ਏਦਾਂ ਹੀ ਚੱਲਦਾ ਕੰਮ। ਰਾਮ ਦੀ ਅੰਸ਼ਾਂ ਇਹ ਜਾਣਨਾ ਹੈ, ਕਿਵੇਂ ਜਾਣੀਏ? ਹਾਂਜੀ। ਜੁਗ ਅਨੇਕ ਗਨ ਮੁਨੀ ਬਿਤਾਏ। ਹੇ ਗਰੀਬ ਨਵਾਜ, ਇਸ ਜਗਤ ਵਿੱਚ ਬੜੇ ਯੁੱਗ ਮੁਨੀਆਂ ਨੇ ਬਤੀਤ ਕੀਤੇ ਆ, ਬੜੀ ਬੜੀ ਲੰਮੀ ਉਮਰ ਬਤੀਤ ਕੀਤੀ ਹੈ। ਹਾਂਜੀ। ਭੰਤਿਓ ਥਕੇ ਪਾਰ ਨਹਿ ਪਾਏ। ਕਹਿੰਦੇ ਕਹਿੰਦੇ ਉਹ ਥੱਕ ਗਏ ਪਰ ਪਾਰਾਵਾਰ ਨਹੀਂ ਪਾ ਸਕੇ ਜੀ। ਇਸ ਗੱਲ ਦਾ ਪਾਰਾਵਾਰ ਨਹੀਂ ਪਾ ਸਕੇ। ਪਰਮਾਤਮਾ ਦਾ ਪਾਰਾਵਾਰ ਹੈ ਹੀ ਨਹੀਂ। ਹਾਂਜੀ। ਹੁਣ ਨਕੀ ਜੀ ਆਤਮਾ ਦੀ ਗੱਲ ਨਹੀਂ ਹੋ ਸਕਦੀ ਤੇ ਪਰਮਾਤਮਾ ਦੀ ਕਿਵੇਂ ਗੱਲ ਹੋਏਗੀ ਜੀ? ਹਾਂਜੀ। ਜਿਸਕੇ ਬ੍ਰਹਮ ਹੋਵੇ ਸਖਿਆਤ। ਹਾਂਜੀ। ਚਿੱਤ ਸ਼ਾਂਤੀ ਤਿਸਕੇ ਬਖਿਆਤ। ਇਹ ਮੈਂ ਗੱਲ ਸੁਣੀ ਹੈ, ਜਿਹਦਾ ਬ੍ਰਹਮ ਮਿੱਤਰ ਬਣ ਜਾਵੇ, ਰੱਬ ਜਿਹਦਾ ਮਿੱਤਰ ਬਣ ਜਾਵੇ, ਉਹਦੇ ਮਨ 'ਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਜਿਹਨੇ ਰੱਬ ਨਾਲ ਯਾਰੀ ਲਾਈ ਹੈ ਹੁੰਦੀ ਤੇ ਉਹਨੂੰ ਸ਼ਾਂਤੀ ਹੈ। ਇਹਦੇ ਵਾਸਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਸੱਚਾ ਮੰਨਣਾ ਪਏਗਾ ਜੀ। ਪਹਿਲਾਂ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਜਿਹਨੇ ਵਾਹਿਗੁਰੂ ਨੂੰ ਸੱਚ ਮੰਨਿਆ ਜੀ, ਉਹ ਸੱਚ ਵਿੱਚ ਸਮਾਉਂਦਾ ਜੀ। ਹਾਂਜੀ। ਜਿਹਦੇ ਅੰਦਰ ਸਾਖਿਆਤ ਹੋ ਗਿਆ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ, ਜਿਹਦਾ ਰੱਬ ਮਿੱਤਰ ਬਣ ਗਿਆ, ਮਹਾਰਾਜ ਉਹਦੇ ਮਨ 'ਚ ਸ਼ਾਂਤੀ ਪੈਦਾ ਹੁੰਦੀ ਹੈ। ਇਹ ਮੈਂ ਗੱਲ ਸੁਣੀ ਹੈ। ਹਾਂਜੀ। ਪਰੇ ਅਪਰ ਪਦ ਜਿਸਕੇ ਨਾਹੇ। ਸਤਿ ਆਨੰਦ ਅਨਾਦਿ ਆਹੇ। ਪਰ ਜਿਹਦੇ ਕੋਲ ਮਹਾਰਾਜ ਪਰੇ ਅਪਰ ਪਦ ਜਿਸਕੇ ਨਾਹੇ, ਸਤਿ ਆਨੰਦ ਅਨਾਦਿ ਆਹੇ। ਜਿਸ ਦੇ ਪਾਸ ਕੋਈ ਹੋਰ ਪਦਵੀ ਨਹੀਂ ਹੈ, ਉਹ ਸਤ ਆਨੰਦ ਅਤੇ ਅਨਾਦ ਕਿਵੇਂ ਹੋ ਜਾਂਦਾ? ਮਹਾਰਾਜ ਹੋ ਤੇ ਜਾਂਦਾ ਪਰ ਕਿਵੇਂ ਹੋ ਜਾਂਦਾ? ਮਤਲਬ ਬੜੀਆਂ ਡੂੰਘੀਆਂ ਗੱਲਾਂ ਨੇ ਜੀ ਉਹਦੀਆਂ। ਹਾਂਜੀ। ਬ੍ਰਹਮ ਸਰੂਪ ਹਿਰਦੈ ਬਿਦਤਾਵੋ। ਮੈਂ ਆਪਣੇ ਆਪ ਨੂੰ ਬ੍ਰਹਮ ਰੂਪ ਕਿਵੇਂ ਜਾਣਾ? ਮੇਰੇ ਅੰਦਰ ਰੱਬ ਕਿਵੇਂ ਪ੍ਰਗਟ ਹੋਵੇ? ਹਾਂਜੀ। ਮੋਰ ਗੁਰ ਕੇ ਬਰ ਤੁਮ ਸਫਲਾਵੋ। ਇਹ ਮੇਰੇ ਗੁਰੂ ਦੇ ਵੀ ਪ੍ਰਸ਼ਨ ਸਨ ਤੇ ਮੇਰੇ ਵੀ ਸਨ। ਤੇ ਮੇਰੇ ਗੁਰੂ ਦਾ ਬਚਨ ਸੀ ਵੀ ਮੈਨੂੰ ਤੁਹਾਡੇ ਤੋਂ ਸ਼ਾਂਤੀ ਮਿਲਣੀ ਹੈ, ਉਹ ਹੁਣ ਸਫਲਾ ਕਰੋ। ਤੇ ਮੇਰੇ ਸਵਾਲ ਜਿਹੜੇ ਆ ਨਾ, ਉਹਨਾਂ ਦਾ ਜਵਾਬ ਦਿਓ ਮਹਾਰਾਜ। ਕਈ ਸਵਾਲ ਐਸੇ ਹੁੰਦੇ ਆ, ਸਵਾਲ ਸੁਣ ਕੇ ਨਹੀਂ ਪਤਾ ਲੱਗਦਾ, ਜਦੋਂ ਉੱਤਰ ਸੁਣੋ ਨਾ ਫਿਰ ਸਵਾਲ ਦਾ ਪਤਾ ਲੱਗਦਾ। ਕੱਜ ਕੇ ਆਖੋ ਵਾਹਿਗੁਰੂ। ਕਈ ਸਵਾਲ ਐਸੇ ਹੁੰਦੇ ਆ, ਸਵਾਲ ਸੁਣ ਕੇ ਨਹੀਂ ਪਤਾ ਲੱਗਦਾ, ਉੱਤਰ ਸੁਣੋ ਫਿਰ ਸਵਾਲ ਦਾ ਪਤਾ ਲੱਗਦਾ। ਹੁਣ ਜਦੋਂ ਜਦੋਂ ਤੁਸੀਂ ਉੱਤਰ ਸੁਣੋਗੇ ਨਾ, ਫਿਰ ਤੁਹਾਨੂੰ ਸਵਾਲਾਂ ਦਾ ਪਤਾ ਲੱਗੇਗਾ, ਅੱਛਾ ਇਹ ਸਵਾਲ ਸੀ। ਹਾਂਜੀ। ਦੀਰਘ ਮਹਿਦ ਬੈਸ ਜਿਸ ਤਨ ਕੀ। ਜਤਨ ਸਾਥ ਰੋਕੀ ਗਤ ਮਨ ਕੀ। ਜੋਗੀ ਦੀ ਉਮਰ ਬਹੁਤ ਬਜ਼ੁਰਗ ਹੈ, ਕੋਈ 150 ਸਾਲ ਨਹੀਂ ਹੈਗੀ ਜੀ। 2 ਜੋਗ ਹੋ ਕੇ ਬੈਠੇ ਹਾਂ ਜੀ। ਹਾਂਜੀ। ਬੜੀ ਵੱਡੀ ਉਮਰ ਹੈ ਜੀ, ਬੜਾ ਬਜ਼ੁਰਗ ਸਰੀਰ ਹੈ ਇਹਦਾ। ਹਾਂਜੀ। ਸ਼੍ਰੀ ਅਰਜਨ ਕੋ ਪਾਏ ਬਹਾਨਾ। ਚਾਹਤ ਚਿਤ ਅਤਸ਼ੈ ਕਲਿਆਣਾ। ਪਰ ਅੱਜ ਤੱਕ ਇਹਦੇ ਮਨ ਨੂੰ ਸ਼ਾਂਤੀ ਨਹੀਂ ਸੀ ਮਿਲੀ ਜੀ। ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਜੀ ਨੂੰ ਪਾ ਕੇ ਮਹਾਰਾਜ ਜੀ ਦੇ ਰਾਹੀਂ ਹੁਣੇ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦਾ ਹੈ। ਹਾਂਜੀ। ਸਭਹਿਨ ਮਹਿ ਜੋਗੀ ਅਸ ਕਹੇ। ਦੇਖਤ ਨਰਗਨ ਬਿਸਮੈਲ ਰਹੇ। ਉਹ ਜਦੋਂ ਜੋਗੀ ਨੇ ਸਵਾਲ ਕੀਤੇ ਨਾ ਇਹੋ ਜਿਹੇ, ਤੇ ਜਿਨ੍ਹਾਂ ਦੀ ਬੁੱਧੀ ਪਕੜ ਨਾ ਪਾਈ ਜੀ, ਉਹ ਹੈਰਾਨ ਹੋ ਗਏ ਵੀ ਜੋਗੀ ਨੇ ਕਿਹੋ ਜਿਹੇ ਸਵਾਲ ਕੀਤੇ ਆ, ਸਾਨੂੰ ਤੇ ਪਤਾ ਹੀ ਕੁਝ ਨਹੀਂ ਲੱਗਾ। ਜੋਗੀ ਕਿਹੜੇ ਸਵਾਲ ਕਰ ਗਿਆ? ਹਾਂਜੀ। ਦੋਹਰਾ
ਸ਼੍ਰੀ ਗੁਰ ਕਿਰਪਾ ਨਿਧਾਨ ਸੁਨ ਲਖ ਕੈ ਸੁਧ ਅਧਿਕਾਰ। ਤੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਇਹ ਅਧਿਕਾਰੀ ਹੈਗਾ ਬ੍ਰਹਮ ਗਿਆਨ ਦੇ, ਜਿਹੜੇ ਸਵਾਲ ਕਰ ਰਿਹਾ ਇਹ ਉਹਨਾਂ ਦਾ ਅਧਿਕਾਰੀ ਹੈਗਾ। ਹਾਂਜੀ। ਨਿਰਨੈ ਕੀਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਉਹ ਬਚਨ ਕਰਨਗੇ ਜਿਨ੍ਹਾਂ ਦੇ ਵਿੱਚ ਬ੍ਰਹਮ ਦਾ ਨਿਰਣੈ ਕੀਤਾ ਗਿਆ ਜੀ, ਜਿਨ੍ਹਾਂ ਦੇ ਵਿੱਚ ਰੱਬ ਬਾਰੇ ਗੱਲ ਕੀਤੀ ਗਈ ਜੀ। ਹੁਣ ਸੁਣਿਓ ਸਾਰੀ ਗੱਲ ਜੀ। ਹਾਂਜੀ। ਚੌਪਈ ਭਉ ਜਗਵੇਸਰ ਅਚਰਜ ਅਹੈ। ਗਰੀਬ ਨਵਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਹੇ ਜੋਗੇਸ਼ਵਰ, ਹੇ ਜੋਗੀ, ਇਹ ਗੱਲ ਬੜੀ ਅਸਚਰਜ ਹੈ, ਬੜੀ ਹੈਰਾਨੀਜਨਕ ਗੱਲ ਹੈ, ਨਾ ਸਮਝ ਆਉਣ ਵਾਲੀ ਗੱਲ ਹੈਗੀ ਹੈ। ਹਾਂਜੀ। ਅਕਹੇ ਬ੍ਰਹਮ ਕੋ ਕਿਮ ਕੋ ਕਹੈ। ਅਕਹਿ ਬ੍ਰਹਮ ਕੋ ਕਿਮ ਕੋ ਕਹੈ। ਜਿਹੜਾ ਬ੍ਰਹਮ ਪਰਮੇਸ਼ਰ ਹੈ ਹੀ ਅਕਹਿ ਹੈ, ਉਹਨੂੰ ਕੋਈ ਕਹਿ ਕਿਵੇਂ ਸਕਦਾ ਹੈ ਜੀ। ਰੱਬ ਦੀ ਕਥਾ ਅਕਥ ਹੈਗੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਰੱਬ ਦੀ ਕੋਈ ਖੇਡ ਦੱਸ ਸਕਦਾ ਜੀ ਸਾਨੂੰ? ਨਹੀਂ ਸਾਧ ਸੰਗਤ ਜੀ, ਉਸ ਪਰਮੇਸ਼ਰ ਦੀ ਖੇਡ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜੀ, ਮੁਕੰਮਲ ਨਹੀਂ ਕਰ ਸਕਦਾ ਬਿਆਨ। ਹਾਂਜੀ। ਮਹਾਰਾਜ ਨੇ ਬਾਣੀ ਚ ਕਿਹਾ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਹੇ ਵਾਹਿਗੁਰੂ, ਤੇਰੇ ਗੁਣ ਜਿਹੜੇ ਹਨ ਉਹ ਬੇਅੰਤ ਹਨ, ਮੈਂ ਕਿੰਨੇ ਕੁ ਗਾਵਾਂ। ਮਹਾਰਾਜ ਕਹਿੰਦੇ, ਜੋਗੀ ਜੀ ਰੱਬ ਅਕਹ ਹੈ, ਅਕਥ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬੇਅੰਤ ਪ੍ਰਮਾਣ ਨੇ ਗੁਰਬਾਣੀ ਵਿੱਚ ਇਸ ਗੱਲ ਬਾਰੇ ਜੀ। ਹਾਂਜੀ। ਨਾਮ ਅਗੋਚਰ ਭਾਖਤ ਤਾਹੇ। ਹਾਂਜੀ। ਕਿਸੀ ਰਖੀਕ ਵਿਸ਼ੈ ਕਬ ਨਾਹੇ। ਕਹਿਣ ਲੱਗੇ ਰਿਸ਼ੀ ਜੀ, ਰੱਬ ਨੂੰ ਅਗੋਚਰ ਵੀ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਅਪਾਰ, ਅਗੋਚਰ, ਬੇਅੰਤ, ਇਹ ਵਾਹਿਗੁਰੂ ਦੇ ਨਾਮ ਨੇ ਜੀ, ਕੀਰਤਮ ਨਾਮ ਨੇ। ਉਹਦੇ ਗੁਣਾ ਕਰਕੇ ਉਹਦੇ ਨਾਮ ਪਏ ਆ ਜੀ। ਬ੍ਰਹਮ ਅਗੋਚਰ ਹੈ ਵੀ ਹੋਣੀ। ਅਗੋਚਰ ਨਾਮ ਬੜੀ ਵਾਰੀ ਆਇਆ ਗੁਰਬਾਣੀ ਵਿੱਚ। ਕਿੰਨੀ ਥਾਂ ਤੇ ਅਗੋਚਰ ਸ਼ਬਦ ਆਇਆ ਜੀ। ਅਗੋਚਰ ਬੜੀ ਵਾਰੀ ਅਗੋਚਰ ਸ਼ਬਦ ਆਇਆ ਜੀ। ਤੁਸੀਂ ਪੜ੍ਹ ਕੇ ਵੇਖ ਲਓ, ਸੁਖਮਣੀ ਸਾਹਿਬ ਵਿੱਚ ਹੀ ਬੜਾ ਅਗੋਚਰ ਸ਼ਬਦ ਆਇਆ ਜੀ। ਮਹਾਰਾਜ ਕਹਿੰਦੇ ਰੱਬ ਨੂੰ ਅਗੋਚਰ ਕਹਿੰਦੇ ਆ, ਪਰਮੇਸ਼ਰ ਨੂੰ। ਅਗੋਚਰ ਕਿਉਂ ਕਹਿੰਦੇ ਆ? ਕਹਿੰਦੇ ਅਗੋਚਰ ਦਾ ਮਤਲਬ ਇਹ ਹੈ, ਕਿਸੀ ਰਖੀਕ ਵਿਸ਼ਾ ਕਬ ਨਾ ਹੈ, ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਭਾਵ ਸਮਝਿਓ, ਅਗੋਚਰ ਦੇ ਸਿੱਧੇ ਜਿਹੇ ਅਰਥ ਹੈਗੇ ਜਿੱਥੇ ਸਾਡੀਆਂ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਜੀ। ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਅਗੋਚਰ ਨਾ ਸਾਡੇ ਹੱਥ ਪਹੁੰਚ ਸਕਦੇ ਜੀ, ਨਾ ਸਾਡੀਆਂ ਅੱਖਾਂ ਪਹੁੰਚ ਸਕਦੀਆਂ ਰੱਬ ਤੱਕ ਜੀ। ਹਾਂਜੀ। ਅਸੀਂ ਤੇ ਛੋਟੇ ਜਿਹੇ ਬੰਦੇ ਹੈਗੇ ਆ, ਉਹਦਾ ਨਾਮ ਜਪ ਕੇ ਆਪਣਾ ਭਲਾ ਕਰਾਉਣਾ ਜੀ। ਮਹਾਰਾਜ ਕਹਿੰਦੇ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈਗਾ ਪਰਮੇਸ਼ਰ। ਹਾਂਜੀ। ਤਉ ਜਨਾਵਨ ਸਿੱਖਨ ਕਾਰਨ ਕਰੁਣਾ ਕਰ ਗੁਰ ਕਰਹਿ ਉਚਾਰਨ। ਫਿਰ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਸਿੱਖਿਆ ਦੇਣ ਵਾਸਤੇ ਕੁਝ ਬਚਨ ਉਚਾਰੇ ਗੁਰੂ ਅਰਜਨ ਦੇਵ ਜੀ ਨੇ ਜੀ, ਜਿਹਦੇ ਵਿੱਚ ਬ੍ਰਹਮ ਦਾ ਨਿਰਣੈ ਕੀਤਾ ਗਿਆ ਜੀ। ਹਾਂਜੀ। ਰਚਹਿ ਸਮਗਰੀ ਜੋ ਮਨ ਆਪਣੇ ਸਤਿ ਪ੍ਰਤੀਤ ਹੋਤ ਸਭ ਸੁਪਨੇ। ਗੱਜ ਕੇ ਆਖੋ ਵਾਹਿਗੁਰੂ। ਗਰੀਬ ਨਵਾਜ ਕਹਿੰਦੇ, ਰਚਹਿ ਸਮਗਰੀ ਜੋ ਮਨ ਆਪਣੇ ਸਤਿ ਪ੍ਰਤੀਤ ਹੋਤ ਸਭ ਸੁਪਨੇ। ਮਹਾਰਾਜ ਕਹਿੰਦੇ ਸੁਣ, ਬੰਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਬਣਾਉਂਦਾ ਹੈ, ਸੋਚਦਾ ਹੈ, ਇਹ ਸਦਾ ਰਹਿਣੀਆਂ, ਪਰ ਸੁਪਨੇ ਵਰਗੀਆਂ ਹੀ ਨੇ ਉਹ। ਗੱਲ ਧਿਆਨ ਨਾਲ ਫਿਰ ਸੁਣਿਓ। ਬੰਦਾ ਜਿਹੜੀ ਜਿਹੜੀ ਚੀਜ਼ ਬਣਾਉਂਦਾ ਹੈ,
ਸੋਚਦਾ ਹੈ ਕਿ ਇਹ ਸਦਾ ਰਹਿਣਗੀਆਂ, ਪਰ ਉਹ ਸੁਪਨੇ ਵਰਗੀਆਂ ਹੁੰਦੀਆਂ ਜੀ। ਸੁਪਨਾ ਕਿਹੋ ਜਿਹਾ ਜੀ? ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਇਆ ਚਲੇ ਗਿਆ। ਕੇਵਲ ਸੁਪਨੇ ਨੂੰ ਸਮਝਣ ਵਾਸਤੇ ਮਸਕੀਨ ਜੀ ਨੇ ਇੱਕ ਗੱਲ ਕਹੀ ਸੀਗੀ। ਇੱਕ ਰਾਜੇ ਦੀ ਉਹਨਾਂ ਕਥਾ ਸੁਣਾਈ। ਉਹ ਰਾਜਾ, ਉਹਦਾ ਪੁੱਤਰ ਬਿਮਾਰ ਹੈ, ਬੜਾ ਦੁਖੀ ਸੀ ਰਾਜਾ, ਤੇ ਪੁੱਤਰ ਜਿਹੜਾ ਨਾ ਉਹ ਚਾਲਾ ਮਾਰ ਗਿਆ ਜੀ। ਇੱਕੋ ਇੱਕ ਰਾਜੇ ਦਾ ਪੁੱਤਰ ਸੀ, ਉਹਦਾ ਪੁੱਤਰ ਚਾਲਾ ਮਾਰ ਗਿਆ। ਤੇ ਰਾਜਾ ਰੋ ਰਿਹਾ, ਰਾਣੀ ਰੋ ਰਹੀ ਹੈ, ਤੇ ਰਾਜਾ ਨਾ ਰੋਂਦਾ ਰੋਂਦਾ, ਰਾਤ ਦਾ ਸਮਾਂ ਸੀਗਾ, ਜਿਸ ਪਲੰਘੇ ਤੇ ਪੁੱਤਰ ਦੀ ਲਾਸ਼ ਪਾਈ ਸੀ ਨਾ, ਧਿਆਨ ਨਾਲ ਸੁਣਿਓ ਗੱਲ, ਉਹ ਪਲੰਘੇ ਨਾਲ ਸਿਰ ਲਾਇਆ ਤੇ ਰਾਜੇ ਨੂੰ ਨੀਂਦ ਆ ਗਈ ਜੀ। ਬਹੁਤ ਗਹਿਰੀ ਨੀਂਦ ਆਈ ਰਾਜੇ ਨੂੰ, ਤੇ ਗਹਿਰੀ ਨੀਂਦ ਵਿੱਚ ਸੁਪਨਾ ਸ਼ੁਰੂ ਹੋ ਗਿਆ ਜੀ। ਸੁਪਨਾ ਹਮੇਸ਼ਾ ਗਹਿਰੀ ਨੀਂਦ ਵਿੱਚ ਆਉਂਦਾ ਹੈ, ਤਰਦੀ ਤਰਦੀ ਨੀਂਦ 'ਚ ਸੁਪਨਾ ਨਹੀਂ ਆਉਂਦਾ ਜੀ। ਰਾਜੇ ਨੂੰ ਸੁਪਨਾ ਕੀ ਆਇਆ? ਸੁਪਨੇ ਵਿੱਚ ਉਹ ਰਾਜਾ, ਉਹਦੇ ਕਈ ਪੁੱਤਰ ਨੇ, ਕਈ ਪੋਤਰੇ ਹੈ, ਉਹ ਸਾਰਿਆਂ ਦੇ ਵਿੱਚ ਹੱਸ ਰਿਹਾ, ਖੇਡ ਰਿਹਾ। ਇੱਕ ਪੁੱਤਰ ਉਹਦਾ ਸਾਹਮਣੇ ਹੱਥ ਜੋੜ ਕੇ ਖਲੋਤਾ ਹੈ, ਪੋਤਰਾ ਉਹਦੀ ਗੋਦੀ 'ਚ ਬੈਠਾ ਹੈ ਜੀ। ਉਹਨੂੰ ਇਹ ਸੁਪਨਾ ਆਇਆ ਜੀ। ਬੜਾ ਡੂੰਘਾ ਸੁਪਨੇ ਦੇ ਵਿੱਚ ਗਿਆ, ਉਹ ਆਨੰਦ ਲੈਣ ਦਿਆ, ਰਸ ਲੈ ਰਿਹਾ। ਪਰ ਦਿਨ ਚੜ੍ਹਿਆ ਜਦੋਂ, ਅਚਾਨਕ ਹੀ ਰਾਣੀ ਨੇ ਉੱਚੀ ਬਿਰਲਾਪ ਕੀਤਾ, ਰਾਜੇ ਦੀ ਅੱਖ ਖੁੱਲ ਗਈ। ਤੇ ਰਾਜਾ ਕੀ ਵੇਖਦਾ? ਸੁਪਨੇ ਦੇ ਵਿੱਚ ਕਈ ਪੁੱਤ ਤੇ ਪੋਤਰੇ ਹੈ। ਅਸਲੀਅਤ ਵਿੱਚ ਇੱਕ ਪੁੱਤ ਸੀ, ਉਹ ਵੀ ਮਰ ਗਿਆ ਸੀਗਾ ਜੀ। ਅਸਲੀਅਤ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਰਾਜਾ ਹੱਸਣ ਲੱਗ ਪਿਆ ਜੀ। ਰਾਣੀ ਨੇ ਸੋਚਿਆ ਇਹਦੇ ਦਿਮਾਗ ਤੇ ਅਸਰ ਪੈ ਗਿਆ। ਸੁਣਿਓ ਧਿਆਨ ਨਾਲ। ਰਾਣੀ ਨੇ ਸੋਚਿਆ ਇਹਦੇ ਦਿਮਾਗ ਤੇ ਅਸਰ ਪੈ ਗਿਆ। ਜਦੋਂ ਉਹਨੂੰ ਮਹਿਸੂਸ ਹੋਇਆ ਨਾ, ਉਹ ਕਹਿਣ ਲੱਗੀ, ਰੋਵੋ, ਹੱਸਣ ਵਾਲੀ ਗੱਲ ਨਹੀਂ ਹੈ, ਸਾਡਾ ਪੁੱਤ ਇੱਕੋ ਇੱਕ ਸੀ, ਚਾਲਾ ਮਾਰ ਗਿਆ। ਉਹ ਕਹਿੰਦਾ, ਸੁਣ, ਮੈਂ ਹੱਸ ਰਿਹਾ ਆਪਣੀ ਦਸ਼ਾ ਤੇ, ਸੁਪਨੇ ਵਾਲੇ ਨੂੰ ਸੱਚ ਮੰਨਾਂ ਜਾਂ ਇਹਨੂੰ ਸੱਚ ਮੰਨਾਂ? ਸੁਪਨੇ 'ਚ ਕਈ ਪੁੱਤ ਹੈ, ਅੱਖਾਂ ਖੋਲੀਆਂ ਇੱਕ ਹੈ, ਉਹ ਵੀ ਮਰ ਗਿਆ। ਹੁਣ ਹੈ ਕੀ ਹੈ? ਜਿਹੜਾ ਸੁਪਨਾ ਆਇਆ ਸੀ ਉਹ ਤੇ ਸੁਪਨਾ ਸੀ, ਜੋ ਸਾਹਮਣੇ ਪਿਆ ਇਹ ਵੀ ਸੁਪਨਾ ਹੀ ਹੈ। ਕਿਉਂ? ਇੱਕ ਜਿਹੜਾ ਹੈਗਾ ਇਹਦਾ ਹੁਣੇ ਸੰਸਕਾਰ ਹੋ ਜਾਣਾ, ਇਹਨੇ ਵੀ ਨਹੀਂ ਰਹਿਣਾ। ਕਹਿਣ ਲੱਗੇ, ਨਾ ਸੁਪਨੇ ਵਾਲੇ ਰਹੇ, ਨਾ ਅਸਲੀਅਤ ਵਾਲੇ ਰਹੇ। ਕਹਿਣ ਲੱਗੇ, ਗੁਰਮੁਖ ਕਹਿੰਦੇ ਆ ਇੱਕ ਸੁੱਤੇ ਪਿਆ ਸੁਪਨਾ ਆਉਂਦਾ ਹੈ, ਇੱਕ ਜਾਗਦਿਆਂ ਹੋਇਆਂ ਵੀ ਸੁਪਨਾ ਹੈ। ਜੋ ਸਵੇਰੇ ਹੋ ਰਿਹਾ ਸੀ ਉਹ ਹੁਣ ਨਹੀਂ ਹੋ ਰਿਹਾ, ਉਹ ਬੀਤ ਗਿਆ, ਉਹ ਸੁਪਨਾ ਹੀ ਸੀਗਾ ਜੀ। ਪਰ ਇਹ ਅਧਿਆਤਮ ਵਿੱਚ ਡੂੰਘਾ ਜਦੋਂ ਬੰਦਾ ਜਾਂਦਾ ਉਦੋਂ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਬੰਦਾ ਸਮੱਗਰੀਆਂ ਬਣਾਉਂਦਾ, ਚੀਜ਼ਾਂ ਬਣਾਉਂਦਾ, ਸੱਤ ਸਮਝਦਾ ਹੈ, ਪਰ ਹੁੰਦਾ ਸਭ ਕੁਝ ਸੁਪਨਾ ਹੈ। ਹਾਂਜੀ। ਭੈ ਕੋ ਪਾਏ ਉਠੇ ਬਰੜਾਏ, ਹਾਂਜੀ। ਤ੍ਰਿਆ ਸੰਗਮ ਤੇ ਰੇਤ ਮੁਚਾਏ। ਹਜੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਸੁਪਨਾ ਚੱਲ ਰਿਹਾ ਹੋਵੇ ਇੱਕ ਬੰਦੇ ਦਾ, ਡਰ ਜਦੋਂ ਲੱਗਦਾ ਸੁਪਨੇ 'ਚ ਇੱਕਦਮ ਹੜਬੜਾ ਕੇ ਉੱਠਦਾ ਹੈ, ਉਹਦਾ ਇਸ ਸਰੀਰ ਤੇ ਅਸਰ ਹੁੰਦਾ ਹੈ। ਜੇ ਕਿਤੇ ਸੁਪਨੇ ਵਿੱਚ ਕਾਮੁਕ ਕਿਰਿਆ ਕਰਨ ਦਿਆ, ਉਹਦਾ ਵੀ ਪੂਰਾ ਅਸਰ ਹੁੰਦਾ ਹੈ ਜੀ। ਹਾਂਜੀ। ਹਸਹਿ ਕਹੂੰ ਕਬ ਰੁਦਨ ਪੁਕਾਰੇ। ਕਦੀ ਸੁਪਨੇ ਵਿੱਚ ਹੱਸ ਰਿਹਾ, ਕਦੀ ਸੁਪਨੇ ਵਿੱਚ ਬੰਦਾ ਰੋ ਰਿਹਾ ਜੀ। ਹਾਂਜੀ। ਕਬਹੂ ਬਿਖਾਦ ਅਧਿਕ ਔਰ ਧਾਰੈ। ਕਦੀ ਸੁਪਨੇ 'ਚ ਲੜਾਈ ਵੀ ਕਰਨ ਦਿਆ ਜੀ, ਸੁਪਨੇ 'ਚ ਲੜਦਾ ਵੀ ਗਿਆ, ਪਰ ਸੁਪਨੇ 'ਚ ਹੀ ਹੋ ਰਿਹਾ ਸਾਰਾ ਕੁਝ। ਹਾਂਜੀ। ਜੋ ਸੁਪਨੇ ਮਹਿ ਜਾਣੇ ਸਾਚੇ। ਹਾਂਜੀ। ਸੋਗ ਹਰਖ ਤੋਂ ਤਹਿ ਛਿਨ ਰਾਚੇ। ਹੁਣ ਸੁਪਨੇ ਵਿੱਚ ਉਹ ਸੱਚ ਭਾਸਣ ਦਿਆ ਸਭ ਕੁਝ। ਤੇ ਪਿਆਰਿਓ,
ਸੁਪਨੇ ਦੇ ਵਿੱਚ ਉਹ ਹੱਸ ਵੀ ਰਿਹਾ ਹੈ, ਸੁਪਨੇ 'ਚ ਉਹ ਰੋ ਵੀ ਰਿਹਾ ਹੈ, ਸੁਪਨੇ 'ਚ ਉਹਨੂੰ ਕ੍ਰੋਧ ਵੀ ਹੈ ਚੜਿਆ, ਪਰ ਅਸਲੀਅਤ 'ਚ ਤੇ ਸੁੱਤਾ ਹੈ ਨਾ, ਅਸਲੀਅਤ 'ਚ ਸੁੱਤਾ ਹੈ, ਪਰ ਸੁਪਨੇ ਵਿੱਚ ਉਹ ਹੱਸ ਰਿਹਾ ਹੈ, ਖੇਡ ਰਿਹਾ ਹੈ, ਰੋ ਰਿਹਾ। ਮਹਾਰਾਜ ਕਹਿਣ ਲੱਗੇ ਹਾਂਜੀ, ਜੇਕਰ ਕੂਰ ਲਖਹਿ ਇਹੋ ਤਬੈ, ਹਾਂਜੀ। ਸੁਪਨ ਕਿਰਿਆ ਇਹ ਹੋਏ ਨਾ ਸਬੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਉਸ ਸਮੇਂ ਇਸ ਨੂੰ ਝੂਠ ਮੰਨੇ ਤਾਂ ਸਾਰੀ ਕਿਰਿਆ ਹੁੰਦੀ ਨਹੀਂ। ਭਾਵ ਸੁਪਨਾ ਚੱਲਣ ਦਿਆ ਨਾ ਜੀ, ਤੇ ਬੰਦਾ ਸੁਪਨੇ 'ਚ ਰੋਣ ਦਿਆ, ਪਰ ਜੇ ਬੰਦਾ ਸੁਪਨੇ 'ਚ ਸਿਆਣਾ ਹੋਵੇ ਉਹ ਕਹੇ ਨਹੀਂ ਨਹੀਂ ਮੈਂ ਕਿਉਂ ਰੋਨੇ ਆ, ਇਹ ਤੇ ਸੁਪਨਾ ਹੈ, ਇਹ ਗੱਲ ਬਣ ਨਹੀਂ ਸਕਦੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਜੇ ਸੁਪਨੇ 'ਚ ਕਾਮ ਭੋਗ ਰਿਹਾ ਬੰਦਾ ਸਿਆਣਾ ਹੋਵੇ, ਆਖੇ ਨਾ ਨਾ ਮੈਂ ਤੇ ਸੁਪਨਾ, ਮੈਂ ਕਿਉਂ ਪਾਪ ਕਰ ਰਿਹਾ, ਤੇ ਸਿਆਣਾ ਹੋ ਜਾਏ ਜੀ। ਮਹਾਰਾਜ ਕਹਿਣ ਲੱਗੇ ਜੇ ਉਸ ਸਮੇਂ ਇਹਨੂੰ ਝੂਠ ਮੰਨੇ, ਸੁਪਨੇ ਨੂੰ ਵੀ ਝੂਠਾ ਹੈ ਤੇ ਸੁਪਨਾ ਹੈ, ਤਾਂ ਫਿਰ ਸੁਪਨੇ ਦੀ ਸਾਰੀ ਕਿਰਿਆ ਕਦੀ ਹੋਵੇ ਹੀ ਨਾ। ਜੋ ਜੋ ਅਸੀਂ ਸੁਪਨੇ 'ਚ ਕਰਨੇ ਉਹ ਹੋਵੇ ਹੀ ਨਾ। ਪਰ ਸੁਪਨੇ ਦੇ ਵਿੱਚ ਕਿਸੇ ਦਾ ਵਸ ਨਹੀਂ ਹੁੰਦਾ, ਵਸ ਨਹੀਂ ਚੱਲਦਾ ਸੁਪਨੇ 'ਚ ਬੰਦੇ ਦਾ। ਹਾਂਜੀ, ਜਿਮ ਬਾਜੀਗਰ ਆਪਣੀ ਮਾਇਆ, ਮਿਥਿਆ ਲੱਖ ਸੋਗ ਨਾ ਹਰ ਖਾਇਆ। ਮਹਾਰਾਜ ਕਹਿੰਦੇ ਅਵਸਥਾ ਕੈਸੀ ਹੋਣੀ ਚਾਹੀਦੀ ਹੈ, ਬਾਜੀਗਰ ਦੀ ਮਾਇਆ ਵਰਗੀ ਜੀ। ਹਾਂਜੀ, ਜਿਮ ਬਾਜੀਗਰ ਆਪਣੀ ਮਾਇਆ, ਬਾਜੀਗਰ ਖੇਡ ਵਿਖਾਉਂਦਾ। ਪਹਿਲਾਂ ਬਾਜੀਗਰ ਆਉਂਦੇ ਸਨ, ਹੁਣ ਨਹੀਂ ਆਉਂਦੇ, ਪਰ ਹੁਣ ਬਾਜੀਗਰ ਸਾਰਿਆਂ ਦੇ ਘਰਾਂ 'ਚ ਕੰਧ ਦੇ ਨਾਲ ਚਿੰਬੜਿਆ ਹੋਇਆ ਜੀ। ਟੀਵੀ ਪਹਿਲਾਂ ਕਠਪੁਤਲੀਆਂ ਦਾ ਖੇਲ ਵਿਖਾਉਂਦੇ ਸੀ, ਹਾਂਜੀ, ਪਿੰਡਾਂ 'ਚ ਆਉਂਦੇ ਸਨ। ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਆਉਂਦੇ ਸੀਗੇ। ਬਾਣੀ 'ਚ ਲਿਖਿਆ ਬਾਜੀਗਰ ਦੀ ਗੱਲ ਆਈ ਹੈ। ਇੱਕ ਛੋਟਾ ਬਾਜੀਗਰ ਹੈ, ਇੱਕ ਵੱਡਾ ਬਾਜੀਗਰ ਹੈ। ਵੱਡਾ ਬਾਜੀਗਰ ਕਿਹਨੂੰ ਕਿਹਾ? ਪਰਮੇਸ਼ਰ ਨੂੰ ਕਿਹਾ ਹੈ ਜੀ। ਪਰਮੇਸ਼ਰ ਵੀ ਬਾਜੀਗਰ ਹੈ। ਪਰ ਰਹੋ ਵਿਚਾਰ, ਆਪਾਂ ਕਥਾ ਚਾਹੀਏ। ਬਾਜੀਗਰ ਕੀ ਕਰਦਾ? ਜਿਵੇਂ ਬਾਜੀਗਰ ਦੀ ਆਪਣੀ ਮਾਇਆ ਹੁੰਦੀ, ਉਹਦੀ ਮਿੱਥੀ ਖੇਡ ਹੁੰਦੀ ਹੈ। ਇੱਕ ਕਠਪੁਤਲੀਆਂ ਵਾਲੇ ਆਉਂਦੇ ਆ, ਉਹ ਆਵਾਜ਼ਾਂ ਵੀ ਦਿੰਦੇ ਆ, ਕਠਪੁਤਲੀਆਂ ਨਚਾਉਂਦੇ ਵੀ ਆ। ਇੱਕ ਫਿਲਮ ਬਣਦੀ ਹੈ, ਉਹਦਾ ਡਾਇਰੈਕਟਰ ਹੁੰਦਾ, ਉਹਨੇ ਵੇਖਣਾ ਹੁੰਦਾ, ਸਟੋਰੀ ਵੇਖ ਕੇ ਉਹ ਕਿਸੇ ਨੂੰ ਹੀਰੋ ਬਣਾ ਦਿੰਦਾ, ਕਿਸੇ ਨੂੰ ਵਿਲਨ ਬਣਾ ਦਿੰਦਾ ਜੀ। ਉਹ ਇੱਕ ਮਿੱਥੀ ਖੇਡ ਹੈ। ਹਾਂਜੀ, ਆਹ ਨਾਟਕ ਚੱਲਦੇ ਆ, ਨਾਟਕਾਂ 'ਚ ਕਈ ਵਾਰ ਬੰਦਾ ਮਰ ਜਾਂਦਾ, ਅਸਲੀਅਤ 'ਚ ਥੋੜ੍ਹੀ ਮਰਦਾ। ਉਹ ਇੱਕ ਮਿੱਥੀ ਖੇਡ ਹੈ। ਮਹਾਰਾਜ ਕਹਿੰਦੇ ਜਿਵੇਂ ਬਾਜੀਗਰ ਦੀ ਆਪਣੀ ਮਾਇਆ, ਮਿਥਿਆ ਲੱਖ ਸੋਗ ਨਾ ਹਰਖਾਇਆ। ਬਾਜੀਗਰ ਦੀ ਖੇਡ ਵੇਖ ਰਹੇ ਆ, ਉਹ 'ਚ ਇੱਕ ਬੰਦਾ ਮਰ ਗਿਆ, ਸਾਰੇ ਰੋਣ ਲੱਗ ਪੈਂਦੇ। ਨਹੀਂ ਰੋਂਦੇ, ਉਹਨਾਂ ਨੂੰ ਪਤਾ ਹੈ ਇਹ ਖੇਡ ਖੇਡਣ ਦਿਆ, ਝੂਠ ਹੈਗਾ ਸਾਰਾ ਕੁਝ। ਹਾਂਜੀ, ਜਬ ਸੁਪਨਾ ਇਸਕੋ ਮਿਟ ਜਾਵੇ, ਝੂਠੋ ਲਖੇ ਨਾ ਪੁੰਨ ਬਿਰਮਾਵੇ। ਮਹਾਰਾਜ ਗਰੀਬ ਨਵਾਜ ਕਹਿੰਦੇ ਬਾ ਇਹੋ ਹੀ ਤੇ ਗੱਲ ਹੈ। ਉਹ ਇੱਕ ਸੁਪਨਾ ਆਇਆ ਸਵੇਰੇ, ਬੰਦਾ ਕਹਿੰਦਾ ਕੋਈ ਨਹੀਂ ਸੁਪਨਾ ਸੀ, ਛੱਡੋ ਖੈੜਾ। ਪਰ ਮਹਾਰਾਜ ਕਹਿਣ ਲੱਗੇ ਜਿਵੇਂ ਸੁਪਨਾ ਆਇਆ ਚਲੇ ਗਿਆ, ਇਸੇ ਤਰ੍ਹਾਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਬਾਜੀਗਰ ਦੀ ਖੇਡ ਹੈ। ਬਾਜੀਗਰ ਦੀ ਖੇਡ ਕੀ ਸਭ ਝੂਠਾ ਮੰਨਦੇ ਆ। ਹਾਂਜੀ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰੱਬ ਦੀ ਖੇਡ ਸਮਝੋ, ਸੰਸਾਰ ਦੀ ਖੇਡ ਸਮਝੋ। ਇਹ ਸਭ ਖੇਡ ਹੋ ਰਹੀ ਹੈ। ਕੋਈ ਜੰਮ ਗਿਆ, ਕੋਈ ਮਰ ਗਿਆ, ਅਸਲੀਅਤ ਥੋੜ੍ਹੀ ਹੈਗੀ ਹੈ। ਸਭ ਖੇਡ ਹੋ ਰਹੀ ਹੈ ਜੀ। ਸਾਰਾ ਸੰਸਾਰ ਖੇਡ ਰਿਹਾ ਹੈ। ਹਾਂਜੀ, ਪਿਖਿਓ ਕੇ ਹਰੀ ਸੁਪਨੇ ਮਾਹੀ, ਜਾਗੇ ਤੇ ਭਾਗੈ ਕਿਤ ਨਾਹੀ। ਗਰੀਬ ਨਵਾਜ ਕਹਿੰਦੇ ਸੁਪਨਾ ਜਦੋਂ ਖਤਮ ਹੋ ਜਾਂਦਾ ਬੰਦੇ ਦਾ, ਝੂਠ ਸਮਝ ਕੇ ਫਿਰ ਪ੍ਰਸੰਨ ਕਹਿਣ ਲੱਗੇ ਬੰਦਾ ਹੋ ਜਾਂਦਾ ਕਈ ਵਾਰੀ। ਪਰ ਸੁਪਨੇ ਦੇ ਵਿੱਚ ਜੇ ਸ਼ੇਰ ਵੇਖ ਲੇ ਬੰਦਾ, ਹਾਂਜੀ, ਸੁਪਨੇ 'ਚ ਸ਼ੇਰ ਵੇਖਣ ਦੇ ਆ ਤੇ ਸ਼ੇਰ ਸੁਪਨੇ 'ਚ ਵੇਖਿਆ, ਇਹ ਥੋੜ੍ਹੀ ਆ ਉਸੇ ਵੇਲੇ ਬੰਦਾ ਅੱਖਾਂ ਖੋਲ ਕੇ ਭੱਜਣ ਲੱਗ ਪੈਂਦਾ। ਸੁਪਨੇ 'ਚ ਹੀ ਹੈ ਨਾ, ਝੂਠ ਹੀ ਹੈ ਨਾ। ਸੁਪਨੇ 'ਚ ਸ਼ੇਰ ਆਇਆ,
ਮਹਾਰਾਜ ਕਹਿੰਦੇ ਅੱਖਾਂ ਖੋਲ ਕੇ ਬੰਦਾ ਕਿਤੇ ਭੱਜਣ ਥੋੜੀ ਲੱਗ ਪੈਂਦਾ ਹੈ। ਹਾਂਜੀ। ਸੁਪਨ ਸਮਗਰੀ ਸਕਲੀ ਲਖ ਇਮ ਹਰਖ ਸ਼ੋਕ ਕੋ ਕਰਹਿ ਨ ਉਰ ਕਿਮ। ਸ਼ੇਰ ਸੁਪਨੇ ਚ ਆਇਆ, ਆ ਕੇ ਚਲੇ ਗਿਆ, ਬੰਦਾ ਉਸੇ ਵੇਲੇ ਉੱਠ ਕੇ ਭੱਜਣ ਨਹੀਂ ਲੱਗ ਪੈਂਦਾ। ਉਹਨੂੰ ਪਤਾ ਹੈ ਸੁਪਨਾ ਹੈ, ਸੁਪਨੇ ਦੀ ਕਾਹਦੀ ਗੱਲ ਹੈ। ਮਹਾਰਾਜ ਕਹਿੰਦੇ ਬਸ ਸੁਪਨ ਸਮਗਰੀ ਲਖ ਸਗਲੀ ਲਖ ਇਮ ਹਰਖ ਸ਼ੋਕ ਕੋ ਕਰਹੇ ਨਾ ਉਰ ਕਿਮ। ਜਿਵੇਂ ਸੁਪਨੇ ਦੀਆਂ ਚੀਜ਼ਾਂ ਨੂੰ ਜਾਣ ਕੇ ਬੰਦਾ ਖੁਸ਼ੀ ਗਮੀ ਦਿਲ ਵਿੱਚ ਨਹੀਂ ਧਾਰਨ ਕਰਦਾ, ਸੁਪਨੇ ਦੀਆਂ ਗੱਲਾਂ ਨੂੰ ਜਾਣ ਕੇ ਇਹ ਸੁਪਨਾ ਹੀ ਹੈ, ਕੋਈ ਗੱਲ ਨਹੀਂ, ਉਹਨੂੰ ਦਿਲ 'ਚ ਨਹੀਂ ਧਾਰਨ ਕਰਦਾ। ਹਾਂਜੀ। ਕਈ ਪਰ ਮੂਰਖ ਐਸੇ ਵੀ ਨੇ ਜਿਹੜੇ ਸੁਪਨੇ ਦੇ ਨਾਲ ਚਿੱਤ ਲਾ ਲੈਂਦੇ ਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਉਹ ਮੂਰਖ ਹੁੰਦੇ ਆ, ਸੁਪਨੇ 'ਚ ਚਿੱਤ ਲਾ ਦਿੰਦੇ ਆ। ਸੁਪਨੇ 'ਚ ਗੱਡੀ ਮਿਲ ਗਈ, ਅਸਲ ਹੁਣ ਹੋਵੇ ਭਿਖਾਰੀ, ਦਿਨੇ ਆਖੇ ਮੈਂ ਵੀ ਇਨੋਵਾ 'ਚ ਘੁੰਮਣਾ ਹੈ, ਤੇ ਗੱਲ ਥੋੜੀ ਬਣਦੀ ਹੈ, ਉਹ ਗਲਤ ਨਹੀਂ ਬਣਦੀ। ਬੰਦਾ ਸੋਚੀ ਵੀ ਜਾਵੇ, ਖੇਡ ਥੋੜੀ ਬਣਦੀ। ਪਤਾ ਸੀ ਉਹ ਛੱਡ ਯਾਰਾ, ਉਹ ਤੇ ਸੁਪਨਾ ਸੀ, ਝੂਠ ਹੈ ਸਾਰਾ, ਥੋੜੇ ਸਮੇਂ ਦੀ ਗੱਲ, ਮਿੱਥਿਆ, ਥੋੜ ਚਿਰੀ। ਸੁਪਨਾ ਕੀ ਹੈ? ਥੋੜ ਚਿਰੀ, ਥੋੜੇ ਚਿਰ ਦੀ ਗੱਲ ਹੈ। ਹਾਂਜੀ। ਤਿਸੀ ਰੀਤ ਜਾਵਦ ਅਗਿਆਨਾ। ਮਹਾਰਾਜ ਕਹਿਣ ਲੱਗੇ ਅਗਿਆਨ ਵੀ ਐਵੇਂ ਹੀ ਜਾਂਦਾ। ਜੇ ਬੰਦੇ ਨੂੰ ਗਿਆਨ ਹੋ ਜਾਏ, ਜਿਵੇਂ ਪਤਾ ਲੱਗ ਗਿਆ ਸੁਪਨੇ 'ਚ ਸ਼ੇਰ ਆਇਆ ਸੀ, ਸੁਪਨੇ 'ਚ ਸ਼ੇਰ ਵੀ ਸੀ, ਉਹਨੇ ਵੇਖ ਕੇ ਤੁਹਾਨੂੰ ਡਰਾਇਆ ਵੀ, ਪਰ ਸੱਚੀ ਮੁੱਚੀ ਸਵੇਰੇ ਉੱਠ ਕੇ ਬੰਦਾ ਭੱਜਣ ਨਹੀਂ ਲੱਗ ਪੈਂਦਾ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਸਾਰੇ ਘਰਦਿਆਂ ਨੂੰ ਉਠਾ ਦੇ, ਇੰਝ ਨਹੀਂ ਕਰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ, ਹਾਂਜੀ, ਜਗਤ ਸਾਚ ਜਨੀਅਤ ਬਿਦ ਨਾਨਾ। ਕਹਿਣ ਲੱਗੇ ਫਿਰ ਬੰਦਾ ਜਗਤ ਨੂੰ ਝੂਠਾ ਜਾਣਦਾ, ਪਰ ਜਦੋਂ ਅਗਿਆਨ ਹੁੰਦਾ, ਸਮਝ ਨਹੀਂ ਹੁੰਦੀ, ਕਹਿਣ ਲੱਗੇ ਉਦੋਂ ਜਗਤ ਨੂੰ ਸੱਚ ਸਮਝਦਾ। ਗੱਜ ਕੇ ਆਖੋ ਵਾਹਿਗੁਰੂ। ਸੁਪਨੇ 'ਚ ਸ਼ੇਰ ਹੈ, ਅਗਿਆਨ ਹੈ, ਜਾਗਦਿਆਂ ਨਹੀਂ ਹੈ, ਗਿਆਨ ਹੈ। ਬਸ ਇਸੇ ਤਰ੍ਹਾਂ ਅੰਦਰ ਦੀ ਖੇਡ ਹੈਗੀ। ਮਹਾਂਪੁਰਖ ਗੱਲ ਕੀ ਹੈ? ਮਹਾਂਪੁਰਖ ਜਗਤ ਨੂੰ ਵੀ ਸੁਪਨੇ ਦੀ ਤਰ੍ਹਾਂ ਹੀ ਜਾਣਦੇ ਆ ਜੀ। ਜਗ ਜੀਵਨ ਐਸਾ ਸੁਪਨੇ ਜੈਸਾ। ਮਹਾਰਾਜ ਕਹਿੰਦੇ ਜ਼ਿੰਦਗੀ ਇਸ ਤਰ੍ਹਾਂ ਹੈ, ਜਗ ਇਸ ਤਰ੍ਹਾਂ ਹੈ ਜਿੱਦਾਂ ਸੁਪਨਾ ਚੱਲ ਰਿਹਾ ਜੀ। ਹਾਂਜੀ। ਪ੍ਰਾਪਤ ਇਸ਼ਟ ਹਰਖ ਉਰ ਭਾਰੈ। ਹਾਂਜੀ। ਹੋਤ ਅਨਿਸ਼ਟ ਸ਼ੋਕ ਕਰ ਭਾਰੈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ, ਆਮ ਬੰਦਾ ਜਦੋਂ ਅਗਿਆਨੀ ਹੁੰਦਾ ਹੈ, ਉਹਨੂੰ ਕੋਈ ਪਿਆਰੀ ਵਸਤੂ ਮਿਲਦੀ ਹੈ, ਦਿਲ 'ਚ ਬੜਾ ਖੁਸ਼ ਹੁੰਦਾ ਹੈ। ਦੁਖਦਾਈ ਵਸਤੂ ਮਿਲਦੀ ਹੈ, ਦਿਲ 'ਚ ਬੜਾ ਦੁਖੀ ਹੁੰਦਾ ਹੈ। ਹਾਂਜੀ। ਰਾਗ ਦਵੈਸ਼ ਭੈ ਆਦਿਕ ਜੇਈ। ਫਿਰ ਪ੍ਰੇਮ ਹੈ, ਕਿਸੇ ਨਾਲ ਪ੍ਰੇਮ ਕਰਦਾ, ਕਿਸੇ ਨਾਲ ਲੜਾਈ ਵੀ ਕਰਦਾ, ਦਵੈਸ਼ ਵੀ ਕਰਦਾ, ਤੇ ਕਿਸੇ ਤੋਂ ਡਰਦਾ ਵੀ ਹੈਗਾ ਜੀ। ਤਿੰਨੋਂ ਹੀ ਚੀਜ਼ਾਂ ਹੁੰਦੀਆਂ ਜੀ। ਕਿਸੇ ਨਾਲ ਪਿਆਰ ਵੀ ਹੁੰਦਾ, ਕਿਸੇ ਨਾਲ ਲੜਾਈ ਝਗੜਾ ਵੀ ਹੁੰਦਾ, ਤੇ ਕਿਸੇ ਕੋਲੋਂ ਵੈਸੇ ਬੰਦਾ ਡਰਦਾ ਵੀ ਹੁੰਦਾ ਹੈ ਜੀ। ਹਾਂਜੀ। ਇਨਕੋ ਧਰਤ ਅਨਿਖ ਦੁਖ ਖੇਈ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਕਿੰਨਾ ਦੁੱਖ ਹੁੰਦਾ ਜੀ। ਚੇਤਾ ਰੱਖੋ ਕਿਸੇ ਨਾਲ ਪਿਆਰ ਕਰਨ 'ਚ ਵੀ ਦੁੱਖ ਹੀ ਹੈਗਾ ਹੈ ਜੀ। ਕਿਉਂ? ਉਹ ਮੋਹ ਬਣ ਗਿਆ। ਗਿਆਨਵਾਨ ਪੁਰਸ਼ ਦਾ ਨਾ ਕਿਸੇ ਨਾਲ ਪਿਆਰ ਹੈ, ਨਾ ਕਿਸੇ ਨਾਲ ਵੈਰ ਹੈ ਜੀ। ਉਹ ਇੱਕ ਸਾਰ ਅਵਸਥਾ ਦਾ ਮਾਲਕ ਹੁੰਦਾ ਹੈ ਜੀ। ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ 'ਚ ਬੜਾ ਦੁੱਖ ਹੁੰਦਾ ਹੈ। ਹਾਂਜੀ। ਵੱਡੇ ਭਾਗ ਤੇ ਸਤਿਗੁਰ ਪਾਏ। ਇਹ ਇਸੇ ਤਰ੍ਹਾਂ ਹੈ ਜਿਵੇਂ ਬੰਦਾ ਸੁਪਨੇ 'ਚ ਸ਼ੇਰ ਤੋਂ ਡਰੰਦਿਆ ਹੁੰਦਾ ਹੈ, ਇਸੇ ਤਰ੍ਹਾਂ ਹੀ ਹੈ। ਪਰ ਜੇ ਕਿਸੇ ਜੀਵ ਦੇ ਵੱਡੇ ਭਾਗ ਹੋਣ, ਕਿਸਮਤ ਚੰਗੀ ਹੋਵੇ, ਉਹ ਫਿਰ ਗੁਰੂ ਸਾਹਿਬ ਨੂੰ ਆ ਕੇ ਮਿਲਦਾ ਹੈ। ਉਹਨੂੰ ਕੋਈ ਨਾ ਕੋਈ ਗੁਰੂ ਮਿਲ ਜਾਂਦਾ, ਤੇ ਗੁਰੂਆਂ ਵਿੱਚੋਂ ਸਤਿਗੁਰੂ ਮਿਲਦੇ ਆ। ਸਤਿਗੁਰੂ ਕੌਣ ਹੈ? ਕੇਵਲ ਸਿੱਧਾ ਰਸਤਾ ਪ੍ਰਮਾਤਮਾ ਦਾ ਵਿਖਾਉਣ ਵਾਲੇ। ਹਾਂਜੀ। ਮਿਟਹਿ ਕਲੇਸ਼ ਸੋ ਲੇਤ ਬਚਾਏ। ਕਹਿਣ ਲੱਗੇ ਫਿਰ ਉਹ ਕਲੇਸ਼ ਮਿਟਾ ਲੈਂਦੇ ਆ, ਬੰਦੇ ਦੇ ਕਲੇਸ਼ ਨੂੰ ਮਿਟਾ ਦਿੰਦੇ ਆ, ਤੇ ਬੰਦੇ ਨੂੰ, ਪ੍ਰਾਣੀ ਨੂੰ ਬਚਾ ਲੈਂਦੇ ਆ। ਕੱਢ ਕੇ ਆਖੋ ਵਾਹਿਗੁਰੂ। ਬਚਾ ਲੈਂਦੇ ਆ। ਕਿਵੇਂ? ਉਹ ਗੱਲ ਸੁਣੋ। ਸਤਿਗੁਰੂ ਕਿਵੇਂ ਆਉਂਦੇ ਆ? ਹਾਂਜੀ। ਜਿਮ ਸੁਪਨੇ ਮਹਿ ਸ਼ੇਰ ਕਰਾਲ। ਕਹਿੰਦੇ ਜਿਵੇਂ ਇੱਕ ਬੰਦਾ ਸੁੱਤਾ ਹੈ, ਤੇ ਸੁੱਤੇ ਪਏ ਸੁਪਨੇ ਦੇ ਵਿੱਚ
ਉਹਨੂੰ ਬੜਾ ਭਿਆਨਕ ਸ਼ੇਰ ਸਤਾਉਣ ਦਿਆ ਹੈ ਜੀ। ਧਿਆਨ ਨਾਲ ਸੁਣਿਓ, ਇੱਕ ਬੰਦਾ ਸੁੱਤਾ ਹੈ, ਉਹਨੂੰ ਸੁਪਨੇ ਵਿੱਚ ਇੱਕ ਭਿਆਨਕ ਸ਼ੇਰ ਡਰਾ ਰਿਹਾ ਹੈ ਜੀ। ਹਾਂਜੀ, ਦੇਖਤ ਉਪਜਿਓ ਤਰਾਸ ਵਿਸਾਲ। ਬੰਦਾ ਸੁਪਨੇ ਵਿੱਚ ਥਰ ਥਰ ਡਰੀ ਜਾ ਰਿਹਾ, ਕੰਬੀ ਜਾ ਰਿਹਾ, ਇਹ ਮਨ ਚ ਸੋਚਦਾ ਸ਼ੇਰ ਮੈਨੂੰ ਖਾ ਹੀ ਨਾ ਜਾਵੇ। ਹਾਂਜੀ, ਭਾਗਿਓ ਜਾਏ ਨਾ ਗਿਰ ਗਿਰ ਜਾਵੇ। ਤੇ ਸੱਚੀ ਗੱਲ ਇਹ ਹੈ, ਮਹਾਰਾਜ ਕਹਿੰਦੇ ਸ਼ੇਰ ਤੋਂ ਇੰਨਾ ਡਰ ਰਿਹਾ ਬੰਦਾ, ਭੱਜਣ ਦੀ ਕੋਸ਼ਿਸ਼ ਕਰਦਾ ਡਿੱਗ ਜਾਂਦਾ ਹੈ, ਭੱਜਣ ਦੀ ਕੋਸ਼ਿਸ਼ ਕਰਦਾ ਡਿੱਗ ਜਾਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੁਪਨਾ ਆ ਰਿਹਾ ਕਿਸੇ ਨੂੰ, ਸ਼ੇਰ ਹੈ, ਬੰਦਾ ਸ਼ੇਰ ਦੇ ਅੱਗੇ ਅੱਗੇ ਭੱਜਣ ਦਿਆ ਡਿੱਗ ਜਾਂਦਾ ਹੈ, ਫਿਰ ਉੱਠਦਾ, ਫਿਰ ਭੱਜ ਕੇ ਡਿੱਗ ਜਾਂਦਾ ਹੈ। ਵਾਹ ਦਾਈ ਘਬਰਾਇਆ ਪਿਆ, ਬੁਰੇ ਹਾਲ ਹੋਏ ਪਏ। ਹਾਂਜੀ, ਹੋਤ ਅਸ਼ੱਕਿਆ ਡਰੇ ਬਰੜਾਵੇ। ਤੇ ਅਸ਼ਕਤ ਹੋਇਆ ਪਿਆ ਹੈ, ਬੜਬੜਾਉਂਦਾ ਹੈ, ਕਮਜ਼ੋਰ ਹੋਇਆ ਪਿਆ ਬੰਦਾ। ਹਾਂਜੀ, ਇਤਨੇ ਮਹਿ ਜਾਗਰਤ ਨਰ ਆਇਓ। ਹੁਣ ਇਹ ਤੇ ਸੁਪਨੇ ਵਿੱਚ ਹੋ ਰਿਹਾ ਨਾ ਸਾਰਾ ਕੁਝ, ਤੇ ਸੁਪਨਾ ਤਾਂ ਹੀ ਆਉਂਦਾ ਜਦੋਂ ਬੰਦਾ ਸੁੱਤਾ ਹੋਵੇ ਜੀ। ਹਾਂਜੀ, ਇੰਨੇ ਚਿਰ ਨੂੰ ਉਹਦੇ ਕੋਲ ਇੱਕ ਜਾਗਦਾ ਹੋਇਆ ਬੰਦਾ ਆ ਗਿਆ ਜੀ। ਹਾਂਜੀ, ਮੰਨ ਲਓ ਬੰਦੇ ਨੂੰ ਸੁਪਨਾ ਆ ਰਿਹਾ ਉਹਦੀ ਪਤਨੀ ਆ ਗਈ ਜੀ, ਜਾਂ ਪਤਨੀ ਨੂੰ ਆ ਰਿਹਾ ਉਹਦਾ ਪਤੀ ਆ ਗਿਆ, ਭਾਵ ਜਾਗਦਾ ਹੋਇਆ ਬੰਦਾ ਲਾਗੇ ਆ ਗਿਆ। ਹਾਂਜੀ, ਦੁਖਤ ਜਾਨ ਕੈ ਪਕਰ ਜਗਾਇਓ। ਉਹਨੇ ਵੇਖਿਆ ਵੀ ਇਹਨੂੰ ਲੱਗਦਾ ਕੋਈ ਭਿਆਨਕ ਸੁਪਨਾ ਆ ਰਿਹਾ। ਕਿਉਂ? ਬੰਦੇ ਦੇ ਕਈ ਵਾਰੀ ਜਦੋਂ ਸੁਪਨਾ ਭਿਆਨਕ ਆ ਰਿਹਾ ਹੁੰਦਾ, ਚਿਹਰੇ 'ਚੋਂ ਪਸੀਨਾ ਆਉਂਦਿਆ ਹੁੰਦਾ ਜੀ, ਸਰੀਰ ਤੇ ਅਸਰ ਹੁੰਦਾ ਨਾ, ਉਹਨੂੰ ਦੁਖੀ ਜਾਣ ਕੇ ਠਾ ਦਿੰਦਾ ਵੀ ਉੱਠ। ਹਾਂਜੀ, ਤਰਸਤ ਜਾਨ ਤਿਮ ਸਤ ਗੁਰ ਦੇਖ ਹੈ। ਤੇ ਜਦੋਂ ਉਹ ਜਾਗਦਾ ਤੇ ਫਿਰ ਅੱਖਾਂ ਖੋਲਦਾ ਤੇ ਕੋਈ ਸ਼ੇਰ ਨਹੀਂ ਹੁੰਦਾ, ਕੋਈ ਉਹ ਭੱਜ ਨਹੀਂ ਰਿਹਾ ਹੁੰਦਾ, ਉਹਦੇ ਡਰ ਮੁੱਕ ਜਾਂਦੇ ਉਸੇ ਵੇਲੇ। ਉੱਥੇ ਸ਼ੇਰ ਨਹੀਂ ਹੈ, ਉਹ ਭੱਜ ਨਹੀਂ ਰਿਹਾ, ਕੋਈ ਉਹਨੂੰ ਮੌਤ ਦਾ ਡਰ ਨਹੀਂ। ਪਰ ਇਹ ਡਰ ਕਦੋਂ ਭੱਜਿਆ? ਜਦੋਂ ਇੱਕ ਜਾਗਦੇ ਬੰਦੇ ਨੇ ਹਿਲਾ ਕੇ ਉਹਨੂੰ ਠਾ ਦਿੱਤਾ। ਕਹਿੰਦੇ ਇਸੇ ਤਰ੍ਹਾਂ ਜਦੋਂ ਬੰਦਿਆਂ ਨੂੰ ਕੁਕਰਮਾਂ ਵਿੱਚ ਫਸਿਆਂ ਨੂੰ, ਅਗਿਆਨ ਵਿੱਚ ਫਸਿਆਂ ਨੂੰ ਡਰੇ ਜਾਣ ਕੇ ਗੁਰੂ ਸਾਹਿਬ ਵੇਖਦੇ ਆ ਨਾ। ਹਾਂਜੀ, ਉਪਦੇਸ਼ ਹੈ ਸੁਖ ਦੇਤ ਅਭਿਸ਼ੇਕ ਹੈ। ਉਹ ਵੀ ਬੰਦੇ ਨੂੰ ਜਗਾਉਂਦੇ ਹੈ। ਕਿਵੇਂ ਜਗਾਉਂਦੇ ਆ? ਗੁਰੂ ਅਰਜਨ ਸਾਹਿਬ ਕਹਿੰਦੇ ਉਹ ਮਨੁੱਖ ਨੂੰ ਉਪਦੇਸ਼ ਦਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਉਪਦੇਸ਼ ਦਿੰਦੇ ਆ ਆਪਣਾ। ਆਮ ਬੰਦਾ ਫੜ ਕੇ ਠਾਉਂਦਾ ਹੈ ਨਾ, ਗੁਰੂ ਸਾਹਿਬ ਉਪਦੇਸ਼ ਦੇ ਕੇ ਬੰਦੇ ਦਾ ਮਨ ਜਗਾ ਦਿੰਦੇ ਆ ਜੀ। ਹਾਂਜੀ, ਜਨਮ ਮਰਨ ਦਵੈ ਤੁਝ ਮਹਿ ਨਾਹੀ। ਹਾਂਜੀ, ਭੂਖਨ ਤ੍ਰਿਖਾ ਨ ਹੋਵੈ ਤੋਹਿ ਮਾਹੀ। ਫਿਰ ਮਹਾਰਾਜ ਇਹ ਉਪਦੇਸ਼ ਦਿੰਦੇ ਆ, ਬੰਦਿਆ ਜੋ ਤੂੰ ਹੈ, ਤੂੰ ਨਾ ਜੰਮਦਾ ਨਾ ਮਰਦਾ ਹੈ। ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਤੁਸੀਂ ਜਿੰਨੇ ਬੈਠੇ ਹੋ ਸਮੇਤ ਮੇਰੇ, ਨਾ ਮੈਂ ਜੰਮਦਾ ਨਾ ਮੈਂ ਮਰਦਾ। ਤੁਸੀਂ ਕਹੋਗੇ ਬਾਬਾ ਕੀ ਹੋ ਗਿਆ ਤੇਰੇ ਦਿਮਾਗ ਨੂੰ? ਪਰ ਸਾਧ ਸੰਗਤ, ਸਰੀਰ ਜੰਮਦਾ, ਸਰੀਰ ਮਰਦਾ, ਜੋ ਮੈਂ ਆ ਉਹ ਨਾ ਜੰਮਣਾ ਨਾ ਮਰਨਾ। ਪਰ ਇਹਦੇ ਲਈ ਇਹ ਵੇਖਣਾ ਪੈਣਾ ਵੀ ਮੈਂ ਕਹਿੰਦਾ ਕਿਹਨੂੰ ਆ, ਤੁਸੀਂ ਕਹਿੰਦੇ ਕਿਹਨੂੰ ਹੋ? ਅਸੀਂ ਮੈਂ ਆਪਣੇ ਆਪ ਨੂੰ ਮੰਨਦੇ ਹਾਂ, ਸਰੀਰ ਨੂੰ ਮੰਨਦੇ ਹਾਂ। ਸਰੀਰ ਨੂੰ ਦੁੱਖ ਹੋ ਗਿਆ, ਸਾਨੂੰ ਦੁੱਖ ਹੋ ਜਾਂਦਾ ਹੈ। ਮਹਾਂਪੁਰਖ ਆਪਣੇ ਆਪ ਨੂੰ ਸਰੀਰ ਨਹੀਂ, ਉਹ ਆਤਮਾ ਮੰਨਦੇ। ਆਪਣੇ ਆਪ ਨੂੰ ਆਤਮਾ ਮਹਿਸੂਸ ਕਰਨਾ ਹੋਵੇ, ਚੌਂਕੜੀ ਮਾਰ ਲਓ, ਨੇਤਰ ਬੰਦ ਕਰ ਲਓ ਤੇ ਟਿਕ ਜਾਇਆ ਕਰੋ। ਭਜਨ ਕਰੋ, ਸਾਧਨਾ ਕਰੋ। ਹੌਲੀ 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 ਜਿਹੜਾ ਤੁਹਾਡਾ ਧਿਆਨ ਹੈ ਉਹ ਤੁਹਾਡੀ ਆਤਮਾ ਤੇ ਆ ਜਾਏਗਾ। ਬੀਬੀ ਜੀ ਫੋਨ ਬੰਦ ਕਰ ਲਓ। ਹਰਖ ਸ਼ੋਕ ਕੋ ਲੇਸ਼ ਨ ਤੋ ਮੈਂ। ਤੁਹਾਡਾ ਧਿਆਨ ਆਤਮਾ 'ਚ ਆ ਜਾਏਗਾ। ਫਿਰ ਬੰਦੇ ਨੂੰ ਪਤਾ ਲੱਗਣਾ ਸਰੀਰ ਸੜ ਗਿਆ, ਆਤਮਾ ਨਹੀਂ ਸੜਦੀ, ਆਤਮਾ ਵਿੱਚੋਂ ਨਿਕਲ ਗਈ, ਆਤਮਾ ਨਿਕਲ ਗਈ। ਇਸ ਕਰਕੇ ਨਾ ਆਤਮਾ ਜੰਮਦੀ ਹੈ ਨਾ ਮਰਦੀ ਹੈ, ਆਤਮਾ ਰੱਬ ਦੇ ਵਿੱਚ ਜਾ ਕੇ ਮਿਲਦੀ ਹੈ। ਮਿਲਣਾ ਬੰਦਗੀ ਨਾਲ ਹੈ। ਜਿੰਨਾ ਚਿਰ ਬੰਦਗੀ ਓਨੀ ਨਹੀਂ ਹੁੰਦੀ, ਉਹਨਾਂ ਚਿਰ ਤੱਕ ਬੰਦੇ ਦਾ ਮਿਲਾਪ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਜਨਮ ਮਰਨ ਦਵੈ ਤੁਝ ਮਹਿ ਨਾਹੀ,
ਭੂਖਨ ਤ੍ਰਿਖਾ ਨਾ ਹੈ ਤੋਹੇ ਮਾਹੀ। ਆਤਮਾ ਨਾ ਭੁੱਖ, ਨਾ ਆਤਮਾ 'ਚ ਭੁੱਖ ਹੈ, ਨਾ ਪਿਆਸ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ ਤੇਰੇ ਵਿੱਚ, ਲੇਸ਼ ਮਾਤਰ ਵੀ ਨਹੀਂ ਹੈ। ਹਾਂਜੀ। ਇਨਤੇ ਪਰੇ ਰੂਪ ਲਖ ਸੋ ਮੈਂ। ਮਹਾਰਾਜ ਕਹਿਣ ਲੱਗੇ ਜਨਮ ਮਰਨ ਭੁੱਖ ਪਿਆਸ ਖੁਸ਼ੀ ਗਮੀ ਇਹਦੇ ਤੋਂ ਪਰਾਂ ਹੈ ਤੂੰ। ਆਪਾਂ ਵੀ ਆਪਣੇ ਆਪ ਨੂੰ ਮਹਿਸੂਸ ਕਰਿਆ ਕਰੀਏ, ਜਨਮ ਮਰਨ ਭੁੱਖ ਪਿਆਸ ਖੁਸ਼ੀ ਗਮੀ ਤੋਂ ਪਰਾਂ ਆ ਆਪਾਂ। ਪਰ ਇਹ ਉਦੋਂ ਮਹਿਸੂਸ ਹੁੰਦਾ ਜਦੋਂ ਦੇਹ ਅਧਿਆਸ ਟੁੱਟਦਾ ਹੈ ਬੰਦੇ ਦਾ। ਦੇਹ ਅਧਿਆਸ ਕੀ ਹੈ? ਜਿੰਨਾ ਚਿਰ ਤੱਕ ਸਰੀਰ ਦੇ ਨਾਲ ਸਾਡੀ ਸੁਰਤ ਜੁੜੀ ਹੈ, ਜਦੋਂ ਭਗਤੀ ਕਰਦਿਆਂ ਕਰਦਿਆਂ ਬੰਦਾ ਅੰਦਰ ਜਾਣ ਲੱਗ ਪੈਂਦਾ, ਫਿਰ ਪਤਾ ਲੱਗਦਾ ਨਾ ਮੇਰਾ ਖੁਸ਼ੀ ਨਾਲ ਸੰਬੰਧ ਨਾ ਗਮੀ ਨਾਲ ਹੈ ਜੀ। ਹਾਂਜੀ। ਇਤਿਆਦਿਕ ਜਪਦੈ ਉਪਦੇਸ਼। ਮਹਾਰਾਜ ਨੇ ਉਹਨੂੰ ਇਹੋ ਜਿਹਾ ਉਪਦੇਸ਼ ਦਿੱਤਾ ਜੀ। ਹਾਂਜੀ। ਹਿਰਦੈ ਹਾਨ ਅਗਿਆਨ ਅਸ਼ੇਸ਼। ਉਹਦਾ ਅਗਿਆਨ ਥੋੜਾ ਦੂਰ ਹੋਣ ਲੱਗ ਪਿਆ ਜੀ, ਕਿਉਂਕਿ ਮਹਾਰਾਜ ਦੇ ਬੋਲਾਂ 'ਚ ਤਾਕਤ ਹੈ। ਮਹਾਰਾਜ ਬੋਲਦੇ ਹੀ ਨਹੀਂ ਹਨ, ਮਹਾਰਾਜ ਨਾਲ ਨਾਲ ਕਿਰਪਾ ਵੀ ਕਰਦੇ ਹੈ। ਉਹਦੇ ਤੇ ਮਹਾਰਾਜ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਜੀ, ਕਿਰਪਾ ਕਰ ਦਿੱਤੀ ਮਹਾਰਾਜ ਨੇ। ਹਾਂਜੀ। ਤਬ ਇਹੋ ਜਗਤ ਝੂਠ ਇਮ ਮਾਨੈ। ਤੇ ਜਦੋਂ ਮਹਾਰਾਜ ਨੇ ਉਹਨੂੰ ਸਾਰੀ ਗੱਲ ਦੱਸੀ ਨਾ, ਸਾਰੀ ਗੱਲ ਦੱਸੀ ਸੁਪਨੇ ਦੀ, ਵੀ ਜੇ ਬੰਦਾ ਜਿਵੇਂ ਸੁਪਨਾ ਹੈ, ਸੁਪਨਾ ਵੱਖਰਾ ਹੈ, ਅਸਲੀ ਜ਼ਿੰਦਗੀ ਵੱਖਰੀ ਹੈ। ਬਸ ਉਹ ਛੋਟਾ ਸੁਪਨਾ ਹੈ, ਆ ਜੋ ਅਸੀਂ ਕਰਨ ਨੇ ਇਹ ਵੱਡਾ ਸੁਪਨਾ ਹੈ, ਇੱਕ ਹੈ ਵੀ ਨਹੀਂ ਸੱਚ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਇਸ ਤਰੀਕੇ ਨਾਲ ਜੱਗ ਨੂੰ ਝੂਠ ਹੀ ਸਮਝਦੇ, ਸੁਪਨਾ ਸਮਝਦੇ ਆ। ਬੜਾ ਫਰਕ ਹੈਗਾ ਜੀ, ਬੜਾ ਫਰਕ ਹੈਗਾ ਜੀ। ਨਾਮ ਜਪਣ ਵਾਲੇ ਰੱਬ ਦੇ ਪਿਆਰੇ ਡਟ ਗਏ ਜੀ। ਉਹਨਾਂ ਜੇ ਕੁਝ ਸੱਚ ਮੰਨਿਆ, ਉਹਨਾਂ ਨੇ ਨਾਮ ਨੂੰ ਹੀ ਸੱਚ ਮੰਨਿਆ, ਨਾਮ ਨੂੰ ਸੱਚ ਮੰਨਿਆ। ਉਹਨਾਂ ਦੁਨੀਆ ਨਾਲ ਵਾਹ ਹੀ ਨਹੀਂ ਰੱਖਿਆ ਜੀ, ਨਾਮ ਨੂੰ ਸੱਚ ਮੰਨਿਆ। ਹੁਣ ਵੇਖੋ, ਸਰੀਰ ਦੁਖੀ ਹੁੰਦਾ ਹੈ, ਸਾਡਾ ਮਨ ਦੁਖੀ ਹੁੰਦਾ ਹੈ ਜਦੋਂ ਕੋਈ ਸਾਡਾ ਪਿਆਰਾ ਚਾਲਾ ਮਾਰਦਾ ਹੈ। ਪਰ ਜੇ ਅਸੀਂ ਆਤਮਿਕ ਰੂਪ ਤੇ ਚੱਲ ਜਾਈਏ, ਫਿਰ ਪਤਾ ਲੱਗੇਗਾ ਇਹਦੇ ਸਰੀਰ ਦਾ ਹੀ ਨਾਸ ਹੋਇਆ, ਆਤਮਾ ਇਹਦੀ ਜਿਉਂਦੀ ਹੈ। ਹਾਂ, ਉਹਨੂੰ ਭਾਂਡਾ ਹੋਰ ਮਿਲ ਗਿਆ ਹੋਏਗਾ, ਉਹਨੂੰ ਸਰੀਰ ਹੋਰ ਮਿਲ ਗਿਆ ਹੋਏਗਾ। ਰੱਬ ਦੇ ਪਿਆਰੇ ਇਸ ਤਰੀਕੇ ਨਾਲ ਜਗਤ ਨੂੰ ਝੂਠਾ ਮੰਨਦੇ ਹੈ, ਪਿਓ ਵਾਸਤੇ, ਪਿਓ ਵਾਸਤੇ ਜੀ। ਇੱਕ ਬੰਦੇ ਦੇ ਵਿੱਚ ਬੜੀਆਂ ਸ਼ਖਸੀਅਤਾਂ ਹੈ ਨਾ, ਇੱਕ ਬੰਦੇ ਵਿੱਚ ਪਿਓ ਵੀ ਹੈ, ਉਸੇ ਬੰਦੇ 'ਚ ਪਤੀ ਵੀ ਹੈ। ਜਦੋਂ ਆਪਣੀ ਘਰਵਾਲੀ ਦੇ ਨਾਲ, ਉਦੋਂ ਉਹ ਪਤੀ ਰੂਪ 'ਚ, ਜਦੋਂ ਆਪਣੇ ਪੁੱਤ ਧੀ ਦੇ ਨਾਲ ਹੈ, ਉਦੋਂ ਉਹ ਪਿਓ ਦੇ ਰੂਪ 'ਚ, ਜਦੋਂ ਪੋਤਰੇ ਪੋਤਰੀ ਨਾਲ ਹੈ, ਉਦੋਂ ਦਾਦੇ ਦੇ ਰੂਪ 'ਚ। ਇੱਕ ਬੰਦੇ 'ਚ ਬਹੁਤ ਕੁਝ ਹੈ। ਪਿਓ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ ਉਹਦਾ ਪੁੱਤਰ। ਬਹੁਤੀ ਪੁਰਾਣੀ ਘਟਨਾ ਨਹੀਂ ਮੈਂ ਦੱਸਣ ਲੱਗਾ, 50-60 ਸਾਲ ਵੀ ਨਹੀਂ ਹੋਏ ਹੋਣੇ। ਚੋਲਾ ਸਾਹਿਬ ਦੇ ਇਲਾਕੇ ਦੇ ਵਿੱਚ ਰੱਬ ਦੇ ਰੂਪ ਹੋਏ ਆ ਇੱਕ ਮਹਾਂਪੁਰਖ ਬਾਬਾ ਦੇਵਾ ਸਿੰਘ ਜੀ। ਅਜੇ ਉਹ ਬੰਦੇ ਜਿਉਂਦੇ ਜਾਗਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ। ਤੇ ਬਾਬਾ ਦੇਵਾ ਸਿੰਘ ਜੀ ਤੋਂ ਪਹਿਲਾਂ ਜਿਹੜੇ ਗੁਰਮੁਖ ਪਿਆਰੇ ਸਨ, ਉਹਨਾਂ ਦਾ ਨਾਮ ਸੀ ਬਾਬਾ ਧਿਆਨ ਸਿੰਘ ਜੀ। ਫੌਜ ਵਿੱਚੋਂ ਉਹ ਆਏ ਸਨ, ਬੜਾ ਉਹਨਾਂ ਨੇ ਨਾਮ ਜਪਿਆ, ਬੜਾ ਭਜਨ ਕੀਤਾ। ਤੇ ਪਿਆਰਿਓ, ਸਵੇਰੇ 5 ਵਜੇ ਜਾਂਦੇ ਸਨ, ਸ਼ਾਮੀ 5 ਵਜੇ ਘਰ ਵਾਪਸ ਆਉਂਦੇ ਸਨ। ਸਾਰੀ ਦਿਹਾੜੀ ਇੱਕ ਲੈ ਵਿੱਚ ਵਾਹਿਗੁਰੂ 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 ਜਾਪ ਕਰਦੇ ਸਨ ਜੀ। ਪੁੱਤ ਕਹਿਣ ਲੱਗਾ, ਮਹਾਂਪੁਰਖੋ ਕਿਰਪਾ ਕਰੋ, ਅੱਜ ਨਾ ਨਾਮ ਜਪਣ ਨਾ ਜਾਓ। ਕਹਿੰਦੇ ਕਿਉਂ? 27 ਸਾਲਾਂ ਦਾ ਉਹਨਾਂ ਦਾ ਪੁੱਤਰ, ਬੰਦੇ ਜਿਉਂਦੇ ਜਾਗਦੇ ਹੈਗੇ ਜੀ ਜਿਨ੍ਹਾਂ ਨੇ ਇਹ ਘਟਨਾ ਵੇਖੀ ਜੀ। 27 ਸਾਲਾਂ ਦਾ ਪੁੱਤਰ ਹੈ। ਕਹਿਣ ਲੱਗੇ, ਮਹਾਂਪੁਰਖੋ ਪਿਤਾ ਜੀ ਅੱਜ ਨਾ ਜਾਓ ਬਾਹਰ। ਕਹਿੰਦੇ ਕਿਉਂ? ਕਹਿਣ ਲੱਗਾ, ਅੱਜ ਮੈਂ ਸਰੀਰ ਤਿਆਗ ਦੇਣਾ।
ਉਹ ਵੀ ਨਾਮ ਜਪਣ ਵਾਲਾ ਸੀ। ਉਹਨੂੰ ਪਤਾ ਲੱਗ ਗਿਆ ਨੌਜਵਾਨ ਪੁੱਤ ਨੂੰ। ਕਿਸੇ ਪਿਓ ਨੂੰ ਪਤਾ ਲੱਗ ਜੇ ਵੀ ਮੇਰਾ ਨੌਜਵਾਨ ਪੁੱਤ ਅੱਜ ਚਾਲਾ ਮਾਰ ਜਾਏਗਾ, ਦੁਨਿਆਵੀ ਬੰਦਾ ਕਿਵੇਂ ਕਰਦਾ ਤੁਹਾਨੂੰ ਪਤਾ ਹੀ ਹੈ। ਮਹਾਂਪੁਰਖ 2 ਮਿੰਟ ਚੁੱਪ ਹੋ ਗਏ ਜੀ। ਚੁੱਪ ਹੋ ਕੇ ਕਹਿਣ ਲੱਗੇ, ਵੇਖ ਤੈਨੂੰ ਲੱਗਦਾ ਸਾਨੂੰ ਮਹਾਰਾਜ ਨੇ ਦੱਸ ਦਿੱਤਾ ਹੈ 12 ਵਜੇ ਤੂੰ ਸਰੀਰ ਤਿਆਗਣਾ ਹੈ, 4 ਵਜੇ ਤੱਕ ਸਾਰਾ ਪਿੰਡ ਇਕੱਠਾ ਹੋਏਗਾ, ਤੈਨੂੰ ਇਸ਼ਨਾਨ ਕਰਾਉਣਗੇ, 5 ਵਜੇ ਤੈਨੂੰ ਸ਼ਮਸ਼ਾਨ ਘਾਟ ਲੈ ਕੇ ਜਾਣਾ, ਮੜੀਆਂ ਵਿੱਚ ਲੈ ਕੇ ਜਾਣਾ, ਤੇ ਤੂੰ ਨਾਮ ਜਪਣ ਵਿੱਚ ਵਿਘਨ ਨਾ ਪਾ, ਸਰੀਰ ਤੇ ਤੂੰ ਤਿਆਗਣਾ ਹੀ ਹੈ। ਤੇ ਨਾਮ ਜਪਣ ਵਿੱਚ ਕਦ ਤੋਂ ਵਿਘਨ ਪਾਉਣਾ ਪੁੱਤਰ, ਇਹ ਝੂਠੀ ਖੇਡ ਹੈਗੀ ਹੈ। ਨਾਮ ਜਪਣ ਵਿੱਚ ਵਿਘਨ ਨਾ ਪਾ, ਮੈਂ 5 ਵਜੇ ਸਿੱਧਾ ਮੜੀਆਂ ਵਿੱਚ ਹੀ ਆ ਜਾਵਾਂਗਾ। ਕਹਿਣ ਲੱਗੇ ਵੇਖ ਲਓ ਸਾਰੀਆਂ ਗੱਲਾਂ ਦਾ ਪਤਾ ਜੀ ਉਹਨਾਂ ਨੂੰ। ਜਿਹੜੇ ਝੂਠ ਮੰਨ ਲੈਂਦੇ ਆ, ਝੂਠ ਵੀ ਐਵੇਂ ਨਹੀਂ ਮੰਨਿਆ ਜਾਣਾ ਜੱਗ ਨੂੰ ਜੀ। ਇਹ ਕੋਈ ਖੇਡ ਥੋੜੀ ਹੋਏਗੀ ਆ ਜੀ। ਮਹਾਰਾਜ ਗਰੀਬ ਨਵਾਜ ਤਬ ਇਹੋ ਜਗਤ ਝੂਠ ਇਮ ਮਾਨੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਜੋਗੀ ਦੀ ਅਵਸਥਾ ਬਣ ਗਈ। ਜੋਗੀ ਜੱਗ ਨੂੰ ਝੂਠ ਹੀ ਸਮਝਣ ਲੱਗਾ ਜੀ। ਸਭ ਝੂਠ ਹੈਗਾ ਜੀ, ਜੱਗ ਵੀ ਝੂਠਾ, ਜੱਗ ਦੀ ਪ੍ਰੀਤ ਵੀ ਝੂਠੀ ਜੀ। ਹਾਂਜੀ, ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੈ। ਇਹਦੀ ਪ੍ਰੀਤ ਝੂਠੀ ਹੈ, ਇਹਦੇ ਉੱਤੇ ਵਾਹਿਗੁਰੂ ਜੱਗ ਝੂਠਾ ਹੈ, ਇਹਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਜੀ। ਉਹ ਸ਼ਬਦ ਸੁਣ ਲਓ ਆਪ ਜੀ, ਕੱਲ ਨੂੰ ਆਪਾਂ ਉਹਦੀ ਵਿਆਖਿਆ ਸੁਣਾਂਗੇ ਜੀ। ਹਾਂਜੀ। ਸੂਹੀ ਮਹੱਲਾ ਪੰਜਵਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਕਵਨ ਰੂਪ ਦਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ। ਰਹਾਉ ਜਲ ਤੇ ਊਠਹਿ ਅਨਿਕ ਤਰੰਗਾ, ਕਨਿਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਸਹਸ ਘਟਾ ਮਹਿ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਭਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੂਟੇ ਤੇ ਏਕੰਕਾਰ। ਉਹ ਅਬਿਨਾਸੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਗੁਰ ਪੂਰੈ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸ਼ਬਦ ਸਤਿਗੁਰੂ ਜੀ ਨੇ ਜੋਗੀ ਨੂੰ ਸੁਣਾਇਆ ਜੀ। ਹਾਂਜੀ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਹਾਂਜੀ, ਥੋੜਾ ਜਿਹਾ ਆਪ ਜੀ ਸਰਵਣ ਕਰੋ ਵੀ ਮਹਾਰਾਜ ਕੀ ਕਹਿ ਰਹੇ ਆ ਜੀ। ਵੇਖੋ ਜਿਹੜਾ ਬਾਜੀਗਰ ਹੈ ਜੀ, ਧਿਆਨ ਨਾਲ ਸੁਣਿਓ। ਬਾਜੀਗਰ ਬਾਜੀ ਪਾਉਂਦਾ ਜੀ। ਹਾਂਜੀ, ਉਹਦੇ ਹੱਥਾਂ ਦੀ ਸਫਾਈ ਹੈਗੀ ਹੈ ਜੀ। ਜਦੋਂ ਬਾਜੀਗਰ ਖੇਡ ਖਤਮ ਕਰਦਾ ਜੀ, ਤੇ ਉਹ ਬੋਲਣ ਵਾਲੀਆਂ ਕਠਪੁਤਲੀਆਂ ਜਿਹੜੀਆਂ ਜੀ, ਹਾਂਜੀ, ਉਹ ਸਾਰੀਆਂ ਉਹ ਇੱਕ ਬੰਨੇ ਪੈਕ ਕਰਕੇ ਰੱਖ ਲੈਂਦਾ ਤੇ ਲੋਕਾਂ ਕੋਲੋਂ ਪੈਸੇ ਮੰਗਦਾ। ਉਰੋਂ ਇਕੱਲਾ ਬਾਜੀਗਰ ਹੀ ਰਹਿ ਜਾਂਦਾ ਜੀ। ਹਾਂਜੀ। ਹੁਣ ਉਹ ਬਾਜੀਗਰ ਜਦੋਂ ਖੇਡ ਪਾਉਂਦਾ, ਕਿਸੇ ਦੇ ਕੰਨ ਚੋਂ ਰੁਪਈਆ ਕੱਢ ਕੇ ਵਿਖਾ ਦਿੰਦਾ ਜੀ, ਕਿਸੇ ਦੇ ਨੱਕ ਚੋਂ ਕੱਢ ਕੇ ਵਿਖਾ ਦਿੰਦਾ। ਹਾਂਜੀ। ਪਰ ਜੇ ਉਹ ਏਡਾ ਸਿਆਣਾ ਹੋਵੇ, ਬਾਅਦ ਵਿੱਚ ਫੜ ਕੇ ਮੰਗਣ ਨਾ ਤੁਰੇ ਕਿਸੇ ਕੋਲੋਂ। ਜਿਹੜਾ ਕਿਸੇ ਦੇ ਕੰਨ ਚੋਂ ਪੈਸੇ ਕੱਢ ਸਕਦਾ, ਉਹ ਆਪਣੇ ਲਈ ਨਹੀਂ ਬਣਾ ਸਕਦਾ ਪੈਸੇ ਜੀ। ਉਹਨੂੰ ਆਖੋ ਵੀ ਤੂੰ ਤੇ ਕੰਨ ਚੋਂ ਕੱਢਣੇ ਆ ਸਾਂ ਪੈਸੇ, ਹੁਣ ਕੀ ਗੱਲ ਹੋਈ? ਉਹ ਕਹਿੰਦਾ ਮੇਰੇ ਹੱਥਾਂ ਦੀ ਸਫਾਈ ਸੀਗੀ ਸਾਰੀ। ਹਾਂਜੀ। ਬੜੀ ਵੱਡੀ ਖੇਡ ਕਰਦਾ ਬਾਜੀਗਰ, ਪਰ ਖੇਡ ਸੰਕੋਚਨ ਤੋਂ ਬਾਅਦ ਉਹ ਇਕੱਲਾ ਹੀ ਰਹਿ ਜਾਂਦਾ ਜੀ। ਹਾਂਜੀ।
ਬਾਜੀਗਰ ਸੱਚਾ ਹੈ ਪਰ ਉਹਦੀ ਖੇਡ ਸੱਚੀ ਨਹੀਂ ਹੈਗੀ ਜੀ। ਕੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਾਜੀਗਰ ਸੱਚਾ, ਉਹਦੀ ਖੇਡ ਸੱਚੀ ਨਹੀਂ ਹੈਗੀ। ਹਾਂਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਣੀ 'ਚ ਕਹਿੰਦੇ ਆ, ਕਹਿੰਦੇ ਗੁਰੂ ਪਿਆਰਿਓ, ਮੈਂ ਰੱਬ ਦੀ ਖੇਡ ਨਾਲ ਪਿਆਰ ਨਹੀਂ ਪਾਇਆ, ਰੱਬ ਨਾਲ ਪਿਆਰ ਪਾਇਆ ਜੀ। ਪਰਮੇਸ਼ਰ ਖੇਡ ਖੇਡ ਰਿਹਾ, ਤਮਾਸ਼ਾ ਖੇਡ ਰਿਹਾ ਜੀ, ਜਿਵੇਂ ਬਾਜੀਗਰ ਤਮਾਸ਼ਾ ਕਰਦਾ। ਹਾਂਜੀ, ਤੇ ਅਸੀਂ ਕੀ, ਅਸੀਂ ਤਮਾਸ਼ਾ ਵੇਖਦੇ ਵੇਖਦੇ ਤਮਾਸ਼ੇ ਦਾ ਹੀ ਰੂਪ ਬਣ ਜਾਂਦੇ ਜੀ। ਮਹਾਰਾਜ ਕਹਿੰਦੇ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਪਰਮ ਪੁਰਖ ਦਾ ਦਾਸ ਹਾਂ, ਤਮਾਸ਼ਾ ਵੇਖਣ ਵਾਸਤੇ ਆਇਆ। ਮਹਾਰਾਜ ਤਮਾਸ਼ਾ ਬਣੇ ਨਹੀਂ ਜੀ। ਆਮ ਬੰਦੇ ਤਮਾਸ਼ਾ ਬਣ ਜਾਂਦੇ ਜੀ, ਤਮਾਸ਼ੇ ਦੇ ਵਿੱਚ ਤਮਾਸ਼ਾ ਹੀ ਬਣੇ ਹੁੰਦੇ ਜੀ ਉਹ ਜੀ। ਬਾਜੀਗਰ ਨਾਲ ਚਿੱਤ ਜੋੜੋ, ਖੇਡ ਨਾਲ ਚਿੱਤ ਨਾ ਜੋੜੋ। ਭਾਵ ਰੱਬ ਨਾਲ ਚਿੱਤ ਜੋੜੋ, ਬੰਦਿਆਂ ਦੇ ਨਾਲ, ਉਹਦੀਆਂ ਖੇਡਾਂ ਨਾਲ ਚਿੱਤ ਜੋੜਨ ਦੀ ਲੋੜ ਨਹੀਂ ਹੈਗੀ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਬੜੇ ਗੋਝ ਗੋਝ ਬਚਨ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਹਿਣੇ ਆ, ਉਹ ਆਪਾਂ ਹੌਲੀ ਹੌਲੀ ਸਰਵਣ ਕਰੀ ਚੱਲਾਂਗੇ। ਲਓ, ਰੀੜ ਦੀ ਹੱਡੀ ਸਿੱਧੀ ਕਰੋ, ਕੁਝ ਸਮਾਂ ਗੁਰਮੰਤਰ ਦਾ ਜਾਪ ਕਰੋ, ਫਿਰ ਦਾਸ ਖਿਮਾ ਮੰਗੇਗਾ। ਪਿਆਰ ਦੇ ਨਾਲ, ਬੜੇ ਸਹਿਜ ਦੇ ਨਾਲ, ਤੁਸੀਂ ਸੁਣਿਆ ਨਾ, ਇੱਕ ਦੇ ਨਾਲ ਜੁੜਨਾ ਜਿਹਨੇ ਸਾਰਾ ਕੁਝ ਬਣਾਇਆ। ਤੇ ਉਹਦੇ ਵਾਸਤੇ ਸਭ ਤੋਂ ਵਧੀਆ ਇੱਕੋ ਹੀ ਤਰੀਕਾ ਹੈ, ਉਸ ਇੱਕ ਦਾ ਭਜਨ ਕਰਨਾ ਹੈ ਜੀ। ਨੇਤਰ ਬੰਦ ਕਰਕੇ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ। ਕਾਂ ਦੀ ਮਾਫੀ ਬਖਸ਼ਿਓ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।